ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈ ਪੰਜਾਬ ਦੇ ਉੱਤੇ। ਜਿਵੇਂ ਕਿ ਬੇਟੇ ਆਪਾਂ ਤਿਆਰੀ ਕਰ ਰਹੇ ਸੀ ਇੱਥੇ ਕਲਰਕ ਆਈਟੀ ਦੀ ਡਾਟਾ ਸਟਰਕਚਰ ਦੀ ਸੈਕੰਡ ਵੀਡੀਓ ਆ ਰਹੀ ਹੈ ਤੁਹਾਡੇ ਸਾਹਮਣੇ। ਤੇ ਇਸ ਤੋਂ ਬਾਅਦ ਬੇਟੇ ਇੱਕ ਲਾਸਟ ਟੌਪਿਕ ਰਹਿ ਜਾਊਗਾ ਡਾਟਾ ਸਟਰਕਚਰ ਦਾ, ਲਗਭਗ ਡਾਟਾ ਸਟਰਕਚਰ ਆਪਣਾ ਕੰਪਲੀਟ ਹੋ ਜਾਊਗਾ। ਇਸ ਤੋਂ ਬਾਅਦ ਫਿਰ ਆਪਾਂ CSA ਨੂੰ ਸਟਾਰਟ ਕਰਾਂਗੇ, ਕੰਪਿਊਟਰ ਆਰਗੇਨਾਈਜੇਸ਼ਨ ਨੂੰ। ਤੇ ਉਸ ਤੋਂ ਪਹਿਲਾਂ ਇੱਕ ਕੰਪਿਊਟਰ ਦੀ ਮੈਰਾਥਨ ਆਊਗੀ ਬੇਟੇ ਕਲਰਕ ਵਾਸਤੇ ਤੇ ਕਲਰਕ ਆਈਟੀ ਵਾਸਤੇ। ਲਗਭਗ ਤਿਆਰ ਹੈ, ਰਿਕਾਰਡ ਕਰਨ ਵਾਲੀ ਰਹਿੰਦੀ ਹੈ, ਥੋੜੀ ਜਿਹੀ ਸਿਹਤ ਦੀ ਪ੍ਰੋਬਲਮ ਹੋਣ ਕਰਕੇ ਉਹ ਰਿਕਾਰਡ ਨਹੀਂ ਹੋ ਪਾਈ, ਪਰ ਹੋਪਫੁਲੀ ਅੱਜ ਸ਼ਾਮ ਤੱਕ ਜਾਂ ਕੱਲ ਸਵੇਰ ਤੱਕ ਤੁਹਾਨੂੰ ਮਿਲ ਜੂਗੀ। ਚਲੋ ਸਟਾਰਟ ਕਰਦੇ ਹਾਂ। ਇਹਦੇ ਵਿੱਚ ਜਿਹੜੇ ਟੌਪਿਕ ਰਹਿ ਗਏ ਬੇਟੇ ਆਪਾਂ ਕੰਪਲੀਟ ਕਰਦੇ ਹਾਂ ਡਾਟਾ ਸਟਰਕਚਰ ਦੇ ਵਿੱਚ। ਹੁਣ ਮੈਂ ਲਾਸਟ ਟਾਈਮ ਤੁਹਾਨੂੰ ਕੀ ਕਰਾ ਕੇ ਹਟਿਆ, ਸਟੈਕ ਕਰਵਾ ਰਿਹਾ ਸੀਗਾ, ਹਨਾ। ਲਾਸਟ ਟਾਈਮ ਤੁਹਾਨੂੰ ਮੈਂ ਸਟੈਕ ਕਰਵਾ ਰਿਹਾ ਸੀਗਾ, ਸਟੈਕ ਦੀ ਐਪਲੀਕੇਸ਼ਨਸ ਕਰਾਈਆਂ ਸੀਗੀਆਂ। ਉਹਦੇ ਵਿੱਚ ਬੇਟੇ ਇੱਕ ਐਪਲੀਕੇਸ਼ਨ ਰਹਿ ਗਈ ਹੈ ਜਿਹਨੂੰ ਕਹਿ ਦਿੰਦੇ ਟਾਵਰ ਆਫ ਹੈਨੋਏ ਕਹਿ ਦਿੰਦੇ ਆ। ਇਹ ਥੋੜਾ ਜਿਹਾ ਇੱਥੇ ਰੱਬ ਹੋਇਆ ਹੋਇਆ ਟਾਵਰ ਆਫ ਹੈਨੋਏ। ਮੈਂ ਤਾਂ ਤੁਹਾਨੂੰ ਦੱਸ ਰਿਹਾ, ਇਹ ਇੱਕ ਪਜ਼ਲ ਹੁੰਦੀ ਹੈ ਤੇ ਬੇਸਿਕਲੀ ਇਹ ਸਟੈਕ ਦੇ ਨਾਲ ਕੀ ਕੀਤੀ ਜਾਂਦੀ ਹੈ, ਸੋਲਵ ਕੀਤੀ ਜਾਂਦੀ ਹੈ। ਤੇ ਕਾਫੀ ਸਾਰੇ ਵਾਰੀ ਬੱਚਿਆਂ ਨੂੰ ਇਹਦੇ ਬਾਰੇ ਪਤਾ ਨਹੀਂ ਹੁੰਦਾਗਾ। ਕੁਐਸਚਨ ਇਹ ਆ ਜਾਂਦਾ ਵੀ ਟਾਵਰ ਆਫ ਹੈਨੋਏ ਕਾਹਦੇ ਵਾਸਤੇ ਯੂਜ਼ ਹੁੰਦਾ ਜਾਂ ਕਿਹਦੀ ਐਪਲੀਕੇਸ਼ਨ ਆ, ਤਾਂ ਸਟੈਕ ਦੀ ਐਪਲੀਕੇਸ਼ਨ ਹੈ। ਹੁਣ ਇਹਦੇ ਵਿੱਚ ਹੁੰਦਾ ਕੀ ਹੈ ਬੇਟੇ, ਤੁਹਾਨੂੰ ਮੈਂ ਦੱਸਦਾ। ਇਹਦੇ ਵਿੱਚ ਆਹ ਚੀਜ਼ ਹੁੰਦੀ ਹੈ ਵੀ ਜੋ ਚੀਜ਼ ਆਪਾਂ ਦੇਖੋ ਇਹਦੇ ਤੇ ਬਣਾਈ ਹੋਈ ਹੈ, ਜਿਵੇਂ ਮੰਨ ਲਓ ਆ ਬਣੀ ਹੈ ਨਾ, ਦੇਖੋ ਲਾਰਜੈਸਟ ਡਿਸਕ ਹੈ, ਉਸ ਤੋਂ ਲਾਰਜ ਮਤਲਬ ਘੱਟ ਲੰਬੀ ਇਹ ਹੈ, ਸਭ ਤੋਂ ਛੋਟੀ ਇਹ ਹੈ। ਇਹ ਇਦਾਂ ਹੀ ਬਣਾਉਣੀ ਆ ਆਪਾਂ, ਇਹ A ਤੇ ਬਣੀ ਹੋਊਗੀ, ਆਪਾਂ ਸੇਮ ਚੀਜ਼ B ਤੇ ਬਣਾਉਣੀ ਹੈ। ਪਰ ਉਹਦੇ ਵਾਸਤੇ ਨਾ ਕੁਝ ਰੂਲ ਫੋਲੋ ਕਰਨੇ ਪੈਂਦੇ ਆ। ਰੂਲ ਇਹ ਹੈ, ਕਹਿੰਦਾ ਵੀ ਜਿਹੜੀ ਵੀ ਕੈਨ ਨਾਟ ਪਲੇਸ ਲਾਰਜ ਡਿਸਕ ਔਨ ਦਾ ਸਮਾਲ ਡਿਸਕ। ਆਪਾਂ ਇਹ ਨਹੀਂ ਕਰ ਸਕਦੇ ਕਿ ਇਹ ਛੋਟੀ ਡਿਸਕ ਹੈ ਉਹਦੇ ਉੱਤੇ ਆਪਾਂ ਲਾਰਜ ਡਿਸਕ ਰੱਖ ਦਈਏ, ਇਹ ਨਹੀਂ ਆਪਾਂ ਕਰ ਸਕਦੇ। ਪਹਿਲਾ ਰੂਲ ਇਹ ਕਹਿੰਦਾ ਹੈ। ਦੂਸਰਾ ਕਹਿੰਦਾ ਵੀ ਕੈਨ ਮੂਵ ਓਨਲੀ ਵਨ ਡਿਸਕ ਐਟ ਏ ਟਾਈਮ। ਆਪਾਂ ਇੱਕ ਟਾਈਮ ਤੇ ਇੱਕ ਡਿਸਕ ਹੀ ਮੂਵ ਕਰ ਸਕਦੇ ਹਾਂ ਫਰੋਮ A to B ਜਾਂ B to C, ਠੀਕ ਹੈ। ਕਹਿੰਦਾ ਵੀ ਕੈਨ ਮੂਵ ਏ ਡਿਸਕ ਫਰੋਮ ਐਨੀ ਟਾਵਰ ਟੂ ਐਨੀ ਟਾਵਰ। ਇਹ ਕੋਈ ਮਾਇਨੇ ਨਹੀਂ ਰੱਖਦਾ ਵੀ ਆਪਾਂ A ਤੋਂ C ਕਰ ਲਈਏ ਜਾਂ B ਤੋਂ C ਕਰ ਲਈਏ ਜਾਂ A ਤੋਂ B ਕਰ ਲਈਏ, ਠੀਕ ਹੈ। ਇਹ ਵੈਸੇ ਇੱਕ ਗੇਮ ਹੁੰਦੀ ਹੈ। ਹੁਣ ਬੇਸਿਕਲੀ ਸਟਾਰਟਿੰਗ ਦੇ ਵਿੱਚ ਜਦੋਂ ਪਹਿਲਾ ਮੂਵ ਚੱਲਿਆ ਆਪਣਾ, ਪਹਿਲੇ ਮੂਵ ਦੇ ਵਿੱਚ ਆਪਾਂ ਕੀ ਕੀਤਾ ਕਿ ਜਿਹੜੀ ਆ ਸਭ ਤੋਂ ਉੱਪਰ ਟੌਪ ਵਾਲੀ ਚੱਕ ਕੇ ਕਿੱਥੇ ਰੱਖਤੀ, ਆਪਾਂ B ਤੇ ਰੱਖਤੀ ਹੈ, ਤੇ ਆ ਵੱਡੀ ਚੱਕ ਕੇ ਕਿੱਥੇ ਰੱਖਤੀ ਹੈ, ਇੱਥੇ ਰੱਖਤੀ ਹੈ I ਤੇ। ਤਾਂ ਆ ਰੱਖ ਲਈ ਆਪਾਂ, ਕੱਲੀਆਂ ਕਰ ਲਈਆਂ। ਇਸ ਤੋਂ ਬਾਅਦ ਜਿਹੜੀ ਆ ਲਾਰਜੈਸਟ ਹੈ, ਇਹਦੇ ਉੱਪਰ ਮੈਂ ਛੋਟੀ ਰੱਖ ਸਕਦਾ। ਮੈਂ ਇਹਨੂੰ ਚੱਕ ਕੇ ਕੀ ਕਰਤਾ, ਇੱਥੇ ਰੱਖਤਾ, ਤਾਂ ਆ ਮੇਰਾ ਬਣ ਗਿਆ। ਹੁਣ ਇਹਨੂੰ ਮੈਂ ਚੱਕ ਕੇ ਜਿਹੜੀ ਹੈਗੀ ਆ ਮੈਂ ਇੱਥੇ ਰੱਖ ਦੂੰਗਾ, ਇਹਨੂੰ ਚੱਕ ਕੇ ਮੈਂ ਕਿੱਥੇ ਰੱਖ ਦੂੰਗਾ, ਇੱਥੇ ਰੱਖ ਦੂੰਗਾ। ਓਕੇ ਹੈ ਜੀ, ਠੀਕ ਹੈ। ਹੁਣ ਆ ਰਹਿ ਗਈ ਛੋਟੀ, ਜੇ ਛੋਟੀ ਨੂੰ ਮੈਂ ਚੱਕ ਕੇ ਇੱਥੇ ਰੱਖ ਦੇਵਾਂ ਤਾਂ ਇਹ ਖਾਲੀ ਹੋ ਜਾਊਗਾ, ਤਾਂ ਰੱਖਤੀ ਮੈਂ। ਹੁਣ ਕੀ ਹੋ ਗਿਆ ਜੀ, ਸਭ ਤੋਂ ਵੱਡੀ ਉਸ ਤੋਂ ਛੋਟੀ ਉਸ ਤੋਂ ਛੋਟੀ, ਤਾਂ ਹੁਣ ਮੈਂ ਇਹਨੂੰ ਚੱਕ ਕੇ ਇੱਥੇ ਰੱਖ ਦੂੰਗਾ, ਰੱਖਤਾ। ਉਸ ਤੋਂ ਬਾਅਦ ਲਾਸਟ ਰਹਿ ਗਈ, ਲਾਸਟ ਨੂੰ ਚੱਕ ਕੇ ਇੱਥੇ ਰੱਖਤਾ। ਤਾਂ ਸੇਮ ਚੀਜ਼ ਮੈਂ ਜਿਹੜੀ A ਤੇ ਬਣੀ ਸੀਗੀ ਉਹ ਮੈਂ ਕਿਤੇ ਬਣਾਤੀ, ਲਾਸਟ ਵਨ B ਤੇ ਬਣਾਤੀ। B ਕਹਿ ਲਓ, I ਕਹਿ ਲਓ, ਜੋ ਮਰਜ਼ੀ ਕਹਿ ਲਓ। ਤਾਂ ਬਸ ਜਸਟ ਯਾਦ ਰੱਖਣਾ ਹੈ। ਕਈ ਵਾਰੀ ਪੁੱਛ ਲੈਂਦੇ ਆ ਵੀ ਟਾਵਰ ਆਫ ਹੈਨੋਏ ਜਿਹੜੀ ਹੈਗੀ ਹੈ ਪਜ਼ਲ ਹੈ, ਉਹ ਕਿਹਦੀ ਐਪਲੀਕੇਸ਼ਨ ਹੈ, ਸਟੈਕ ਦੀ ਐਪਲੀਕੇਸ਼ਨ ਹੈ। ਹੁਣ ਗੱਲ ਕਰਦੇ ਹਾਂ ਜੀ ਅੱਗੇ। ਸਟੈਕ ਦੇ ਵਿੱਚ ਸਭ ਤੋਂ ਮੋਸਟ ਇੰਪੋਰਟੈਂਟ ਚੀਜ਼ ਹੈ ਜੀ ਨੋਟੇਸ਼ਨਸ ਹੈ। ਨੋਟੇਸ਼ਨਸ ਰਾਜੇ ਜਿਹਨੂੰ ਪੋਲਿਸ਼ ਨੋਟੇਸ਼ਨ ਵੀ ਕਹਿ ਦਿੰਦੇ ਆ। ਹੁਣ ਨੋਟੇਸ਼ਨਸ ਬੇਸਿਕਲੀ ਹੁੰਦੀਆਂ ਕੀ ਹੈ, ਤੁਸੀਂ ਪੜ੍ਹਦੇ ਵੀ ਆਏ ਹੋ ਰਾਜੇ ਨੋਟੇਸ਼ਨਸ ਨੂੰ। ਨੋਟੇਸ਼ਨ ਨੂੰ ਜਿਹੜਾ ਡਿਵੈਲਪ ਕੀਤਾ ਬੇਟੇ, ਉਹ ਇੱਕ ਮੈਥਮੈਟੀਸ਼ੀਅਨ ਸੀਗਾ ਆਪਣਾ ਜੈਨ। ਜਿਹੜਾ ਅਗਲਾ ਨਾਮ ਹੈ ਭਾਈ, ਉਹ ਮੈਨੂੰ ਤਾਂ ਲੱਗਦਾ ਨਹੀਂ ਪੰਜਾਬ ਦੇ ਵਿੱਚ ਕੋਈ ਬੋਲ ਸਕਦਾ, ਸਾਡੇ ਵਰਗੇ ਤਾਂ ਨਹੀਂ ਬੋਲ ਸਕਦੇ। ਜੇ ਬੋਲਾਂਗੇ ਤਾਂ ਗਲਤੀ ਉਹਨੂੰ ਪ੍ਰੋਨਾਊਂਸ ਕਰਾਂਗੇ, ਤੇ ਯਾਦ ਰੱਖ ਲਿਓ ਜੈਨ ਸੀਗਾ। ਤੇ ਉਹਨੇ ਮਤਲਬ ਕੀ ਚੀਜ਼ ਦਿੱਤੀ ਸੀ ਆਪਾਂ ਨੂੰ, ਨੋਟੇਸ਼ਨਸ, ਪੋਲਿਸ਼ ਨੋਟੇਸ਼ਨ। ਪੋਲਿਸ਼ ਨੋਟੇਸ਼ਨ ਦੇ ਵਿੱਚ ਹੁੰਦਾ ਕੀ ਹੈ ਬੇਟੇ, ਇਨਫਿਕਸ ਨੋਟੇਸ਼ਨ ਹੁੰਦੀ ਹੈ, ਪ੍ਰੀਫਿਕਸ ਤੇ ਪੋਸਟ ਹੁੰਦੀ ਹੈ। ਹੁਣ ਨਾਮ ਤੋਂ ਹੀ ਕਲੀਅਰ ਹੈ ਰਾਜੇ, ਇਨਫਿਕਸ। ਇਨ ਦਾ ਮਤਲਬ ਕੀ ਹੁੰਦਾ, ਸੈਂਟਰ, ਠੀਕ ਹੈ, ਵਿੱਚ। ਇਨਫਿਕਸ ਦੇ ਵਿੱਚ ਕੀ ਹੁੰਦਾ ਰਾਜੇ, ਪਹਿਲਾਂ ਓਪਰੈਂਡ ਹੁੰਦਾ ਹੈ, ਫਿਰ ਓਪਰੇਟਰ ਆਉਂਦਾ, ਫਿਰ ਓਪਰੈਂਡ ਆਉਂਦਾ ਹੈ। ਜਿਵੇਂ ਇੱਥੇ ਐਗਜ਼ਾਮਪਲ ਦਿੱਤੀ ਹੋਈ ਹੈ A plus B। A ਤੇ B ਕੀ ਨੇ ਰਾਜੇ, ਓਪਰੈਂਡ ਨੇ, ਓਪਰੇਟਰ ਕੀ ਹੈ, ਪਲੱਸ। ਜਾਂ ਮੈਂ ਕਹਿ ਦਵਾਂ A ਮਲਟੀਪਲਾਈ ਬਾਈ B, A ਡਿਵਾਈਡ ਬਾਈ B, ਤਾਂ ਕਹਿਣ ਦਾ ਮਤਲਬ ਜਿਹੜਾ ਆਪਰੇਟਰ ਆਊਗਾ ਉਹ ਸੈਂਟਰ ਦੇ ਵਿੱਚ ਆਊਗਾ, ਤਾਂ ਇਹਦਾ ਨਾਮ ਕੀ ਆ, ਇਨਫਿਕਸ ਹੈ। ਜਨਰਲੀ ਜਿਹੜੇ ਆਪਾਂ ਮੈਥ ਦੇ ਵਿੱਚ ਕੰਮ ਕਰਦੇ ਆ ਇਸੇ ਨੋਟੇਸ਼ਨ ਦੇ ਉੱਪਰ ਕੰਮ ਕਰਦੇ ਆ, ਇਨਫਿਕਸ ਦੇ ਉੱਪਰ। ਪਰ ਜਿਹੜਾ ਕੰਪਿਊਟਰ ਹੁੰਦਾ ਬੇਟਾ, ਉਹ ਇਨਫਿਕਸ ਦੇ ਉੱਪਰ ਕੰਮ ਨਹੀਂ ਕਰਦਾਗਾ, ਉਹ ਪ੍ਰੀ ਤੇ ਪੋਸਟ ਦੇ ਉੱਪਰ ਵੀ ਕੰਮ ਕਰਦਾ ਹੈ। ਤਾਂ ਹੋ ਸਕਦਾ ਉਹ ਯੂਜ਼ ਕਰਦਾ ਹੋਵੇ। ਤਾਂ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਪ੍ਰੀਫਿਕਸ ਦੀ। ਪ੍ਰੀ ਦਾ ਮਤਲਬ ਹੁੰਦਾ ਰਾਜੇ ਪਹਿਲਾਂ। ਜੇ ਪਹਿਲਾਂ ਹੈਗਾ ਤਾਂ ਮਤਲਬ ਕੀ ਹੈ ਕਿ ਆਪਰੇਟਰ ਪਹਿਲਾਂ ਆਊਗਾ, ਫਿਰ ਓਪਰੈਂਡਸ ਆਣਗੇ। ਜਿਵੇਂ ਆ ਲਿਖਿਆ ਹੋਇਆ ਪਲੱਸ AB, ਜਿਵੇਂ ਮੈਂ ਕਹਿ ਦਵਾਂ ਮਲਟੀਪਲਾਈ AB, ਡਿਵਾਈਡ AB, ਇਹ ਹੈਗਾ ਜੀ ਤੁਹਾਡੇ ਪ੍ਰੀਫਿਕਸ ਨੋਟੇਸ਼ਨ। ਅੱਗੇ ਗੱਲ ਕਰਦੇ ਹਾਂ ਜੀ ਪੋਸਟਫਿਕਸ। ਪੋਸਟਫਿਕਸ ਦਾ ਮਤਲਬ, ਪੋਸਟ ਦਾ ਮਤਲਬ ਕੀ ਹੁੰਦਾ, ਪਿੱਛੇ। ਪਹਿਲਾਂ ਓਪਰੈਂਡ ਆਏਗਾ, ਫਿਰ ਓਪਰੈਂਡ ਆਏਗਾ, ਫਿਰ ਕੀ ਆਏਗਾ, ਆਪਰੇਟਰ ਆਏਗਾ। ਜਿਵੇਂ AB ਮਲਟੀਪਲਾਈ, AB ਡਿਵਾਈਡ, AB ਪਲੱਸ, ਇਹ ਸਾਰੀਆਂ ਨੋਟੇਸ਼ਨਸ ਨੇ ਰਾਜੇ, ਤੁਸੀਂ ਯਾਦ ਰੱਖਣੀਆਂ ਨੇ। ਹੁਣ ਇਹਦੀ ਕਨਵਰਜ਼ਨ ਆ ਜਾਂਦੀ ਹੈ।
ਹੁਣ ਕਨਵਰਜ਼ਨ ਵੀ ਦੋ ਤਰ੍ਹਾਂ ਦੀ ਹੁੰਦੀ ਰਾਜੇ, ਇੱਕ ਤਾਂ ਆਪਾਂ ਮੈਨੂਅਲੀ ਕਰ ਲੈਂਦੇ ਆ, ਠੀਕ ਹੈ। ਮੈਨੂਅਲੀ ਮਤਲਬ ਕਿ ਜਿਹੜੀ ਆਪਾਂ ਨੂੰ ਦਿੱਤੀ ਹੋਊਗੀ ਤੇ ਆਪਾਂ ਨੂੰ ਮੈਨੂਅਲੀ ਆਊਗੀ। ਜਦੋਂ ਆਪਾਂ BCA ਚ ਪੜ੍ਹਦੇ ਸੀ ਜਾਂ BTech ਕੀਤੀ ਹੈ ਜਾਂ ਆਪਾਂ MCA ਕੀਤੀ ਹੈ, ਉਦੋਂ ਆਪਾਂ ਕਰਦੇ ਸੀ ਕਿ ਕਨਵਰਜ਼ਨ ਥਰੂ ਸਟੈਕ, ਪਰ ਪੇਪਰ ਦੇ ਵਿੱਚ ਕੀ ਆਊਗੀ, ਮੈਨੂਅਲੀ ਆਊਗੀ, ਕਿਉਂਕਿ ਆਪਸ਼ਨ ਦਿੱਤੀਆਂ ਹੋਣਗੀਆਂ ਵੀ ਆਹ ਨੋਟੇਸ਼ਨ ਨੂੰ ਕਨਵਰਟ ਕਰੋ। ਹੁਣ ਤੁਹਾਨੂੰ ਮੈਂ ਕਨਵਰਟ ਕਰਨ ਦਾ ਤਰੀਕਾ ਦੱਸਦਾ, ਪਹਿਲਾਂ ਤੁਹਾਨੂੰ ਮੈਂ ਸਿੰਪਲ ਐਗਜ਼ਾਮਪਲ ਕਰਾਉਣਾ, ਫਿਰ ਬਾਅਦ ਦੂਜੀ ਕਰਾਊਂਗਾ। ਸਿੰਪਲ ਐਗਜ਼ਾਮਪਲ ਕੀ ਹੈ, ਤੁਹਾਨੂੰ ਮੰਨ ਲਓ ਸਪੋਜ਼ ਆ ਜਾਂਦਾ ਹੈ ਕਿ ਤੁਸੀਂ ਇਨਫਿਕਸ ਤੋਂ ਕੀ ਕਰਨੀ ਹੈ, ਫ੍ਰੀ ਫਿਕਸ ਕਰਨੀ ਹੈ। ਇਨਫਿਕਸ ਟੂ ਫ੍ਰੀ ਫਿਕਸ ਕੀ ਕਰਨੀ ਹੈ, ਕਨਵਰਜ਼ਨ ਕਰਨੀ ਹੈ। ਹੁਣ ਉਹਦੇ ਵਾਸਤੇ ਮੰਨ ਲਓ ਮੇਰੇ ਕੋਲ ਇੱਕ ਐਕਸਪ੍ਰੈਸ਼ਨ ਦਿੱਤਾ ਹੋਇਆ ਹੈ, y is equal to ਕੀ ਦਿੱਤਾ ਹੋਇਆ ਹੈ, a ਮਲਟੀਪਲਾਈ ਬਾਈ b ਪਲੱਸ c, ਠੀਕ ਹੈ ਜੀ, ਇਹ ਆਪਣੇ ਕੋਲ ਦਿੱਤਾ ਹੋਇਆ ਹੈ। ਤਾਂ ਹੁਣ ਇਹਦੇ ਵਿੱਚ ਵੀ ਕੀ ਹੈ ਬੇਟੇ, ਤੁਸੀਂ ਨਾ ਸਭ ਤੋਂ ਪਹਿਲਾਂ ਕੀ ਚੈੱਕ ਕਰਨੀ ਹੈ, ਆਪਰੇਟਰ ਦੀ ਪ੍ਰੈਸੀਡੈਂਸ ਚੈੱਕ ਕਰਨੀ ਹੈ। ਤੁਹਾਨੂੰ ਪਤਾ ਵੀ ਸਭ ਤੋਂ ਨੰਬਰ 1 ਤੇ ਪ੍ਰੈਸੀਡੈਂਸ ਕਿਹਦੀ ਹੈ, ਮਲਟੀਪਲਾਈ ਦੀ, ਉਸ ਤੋਂ ਬਾਅਦ ਕਿਹਦੀ ਹੈ, ਪਲੱਸ ਦੀ। ਤਾਂ ਪਹਿਲਾਂ ਕਿਹੜਾ ਆਪਰੇਟਰ ਆਪਾਂ ਲਵਾਂਗੇ, ਮਲਟੀਪਲਾਈ ਵਾਲਾ ਲਵਾਂਗੇ। ਤਾਂ ਆਪਣੇ ਕੋਲ ਕੀ ਬਣ ਜਾਊਗਾ ਐਕਸਪ੍ਰੈਸ਼ਨ। ਹੁਣ ਦੇਖੋ ਇਨਫਿਕਸ ਹੈ, ਇਨਫਿਕਸ ਆ ਦੇਖੋ, ਮੈਂ ਜੇ ਇਹਦੀ ਗੱਲ ਕਰਾਂ ਤਾਂ ਇਹ ਕੀ ਹੈ ਜੀ, ਇਨਫਿਕਸ ਹੈ। ਤੇ ਇਹਨੂੰ ਮੈਂ ਪ੍ਰੀਫਿਕਸ ਬਣਾਉਣਾ, ਤਾਂ ਕੀ ਹੈ, ਪ੍ਰੀਫਿਕਸ ਦੇ ਵਿੱਚ ਕੀ ਹੁੰਦਾ, ਜਿਹੜਾ ਆਪਰੇਟਰ ਅੱਗੇ ਆ ਜਾਂਦਾ ਹੈ, ਤਾਂ ਕੀ ਬਣ ਜਾਊਗਾ, ਮਲਟੀਪਲਾਈ AB। ਤਾਂ ਇੱਥੇ ਆਪਣੇ ਕੋਲ ਕੀ ਬਣ ਗਿਆ ਜੀ, ਮਲਟੀਪਲਾਈ AB। ਇਹ ਪਹਿਲਾ ਐਕਸਪ੍ਰੈਸ਼ਨ ਆਪਣਾ ਸੋਲਵ ਹੋ ਗਿਆ, ਪਲੱਸ C। ਹੁਣ ਕੀ ਹੋ ਗਿਆ ਜੀ, ਇਹਨੂੰ ਸਾਰੇ ਨੂੰ ਆਪਾਂ ਕੀ ਮੰਨਾਂਗੇ, 1 ਆਪਰੈਂਡ ਮੰਨਾਂਗੇ, ਇਹਨੂੰ ਸੈਕੰਡ ਆਪਰੈਂਡ ਮੰਨਾਂਗੇ। ਆਪਰੇਟਰ ਕੀ ਆ ਜਾਊਗਾ, ਫੇਰ ਅੱਗੇ ਆ ਜਾਊਗਾ, ਆਪਰੇਟਰ ਫੇਰ ਅੱਗੇ ਆ ਜਾਊਗਾ, ਤਾਂ ਕੀ ਆ ਜਾਊਗਾ ਜੀ, ਪਲੱਸ ਇਹ ਮਲਟੀਪਲਾਈ ਬਾਈ ਇਹ AB ਇਹ C। ਇਹ ਕੀ ਆ ਗਿਆ ਜੀ, ਮੇਰਾ ਰਾਈਟ ਆਂਸਰ ਆ ਗਿਆ। ਇਹਨੂੰ ਇਹ ਕੀ ਬਣ ਗਿਆ ਜੀ, ਆਪਣਾ ਇਨਫਿਕਸ ਟੂ ਕੀ ਬਣ ਗਿਆ, ਫ੍ਰੀ ਫਿਕਸ ਬਣ ਗਿਆ। ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ, ਠੀਕ ਹੈ। ਹੁਣ ਤੁਹਾਨੂੰ ਮੈਂ ਐਗਜ਼ਾਮਪਲ ਕਰਾਉਣਾ ਹੈ, ਆ ਦੇਖੋ ਸੇਮ ਚੀਜ਼ ਇੱਥੇ ਕੀਤੀ ਹੋਈ ਹੈ। ਅੱਛਾ, ਸਭ ਤੋਂ ਪਹਿਲਾਂ ਕਿਹੜੀ, ਜੇ ਬ੍ਰੈਕਟਸ ਆ ਜਾਣਗੇ ਸਭ ਤੋਂ ਪਹਿਲਾਂ ਕੀ ਹੋਣਗੀਆਂ, ਬ੍ਰੈਕਟ ਸੋਲਵ ਹੋਣਗੀਆਂ। ਸੇਮ ਜਿਵੇਂ ਬੋਡੋਮਾਸ ਰੂਲ ਆਪਾਂ ਫੋਲੋ ਕਰਦੇ ਹਾਂ ਉਵੇਂ ਆਪਾਂ ਫੋਲੋ ਕਰਨਾ, ਬਟ ਆਪਾਂ ਥੋੜਾ ਜਿਹਾ ਪ੍ਰੈਸੀਡੈਂਸ ਦਾ ਧਿਆਨ ਰੱਖਣਾ ਹੈ। C ਦੇ ਵਿੱਚ ਜਿਵੇਂ ਆਪਾਂ ਆਪਰੇਟਰ ਦੇ ਉੱਪਰ ਧਿਆਨ ਰੱਖਦੇ ਸੀਗੇ। ਹੁਣ ਜਿਵੇਂ ਆ ਦਿੱਤਾ ਹੋਇਆ, ਕਹਿੰਦਾ A ਪਲੱਸ B ਮਲਟੀਪਲਾਈ ਬਾਈ C, ਸੇਮ ਚੀਜ਼ ਹੈ। ਤੇ ਇਹ ਹੁਣ ਕੀ ਹੈ ਰਾਜੇ, ਇਹ ਇਨਫਿਕਸ ਟੂ ਪੋਸਟ ਫਿਕਸ ਦੀ ਗੱਲ ਕਰਦੇ ਆ, ਆਪਾਂ ਫ੍ਰੀ ਫਿਕਸ ਕਰਕੇ ਆਏ ਸੀਗੇ। ਸੇਮ ਵੇ ਦੇ ਨਾਲ ਆਪਾਂ ਕੀ ਕਰਨੀ ਹੈ, ਪੋਸਟ ਫਿਕਸ ਕਰਨੀ ਹੈ। ਤਾਂ BC ਦਾ ਕੀ ਬਣ ਜੂਗਾ ਰਾਜੇ, BC ਦਾ ਕੀ ਬਣ ਜੂਗਾ, ਜੇ B ਮਲਟੀਪਲਾਈ ਬਾਈ C ਇਨਫਿਕਸ ਹੈ ਤੇ ਇਹਦਾ ਪੋਸਟ ਫਿਕਸ ਕੀ ਬਣ ਜੂਗਾ, BC ਮਲਟੀਪਲਾਈ, ਠੀਕ ਹੈ, ਬਣ ਗਿਆ ਨਾ BC ਮਲਟੀਪਲਾਈ। ਤੇ ਜਿਹੜਾ ਪਲੱਸ ਹੈ, ਹੁਣ ਉਸ ਤੋਂ ਬਾਅਦ ਅਗਲੀ ਆਪਾਂ ਕਰਾਂਗੇ, ਤਾਂ ਪਲੱਸ ਕੀ ਚਲਾ ਜਾਊਗਾ, ਪਿੱਛੇ ਚਲਾ ਜਾਊਗਾ, ਤਾਂ ਆਂਸਰ ਕੀ ਆ ਜਾਊਗਾ ਮੇਰੇ ਕੋਲੇ, ABC ਮਲਟੀਪਲਾਈ ਪਲੱਸ। ਤਾਂ ਇਦਾਂ ਆਪਾਂ ਇਨਫਿਕਸ ਟੂ ਪ੍ਰੀਫਿਕਸ ਕਰ ਸਕਦੇ ਆ, ਇਨਫਿਕਸ ਟੂ ਪੋਸਟ ਫਿਕਸ ਕਰ ਸਕਦੇ ਆ। ਇਹ ਤੁਹਾਨੂੰ ਪੇਪਰ ਦੇ ਵਿੱਚ ਜ਼ਰੂਰ ਆਊਗਾ। ਤੇ ਚਲੋ ਤੁਹਾਨੂੰ ਮੈਂ ਇੱਕ ਹੁਣ ਮੈਂ ਤੁਹਾਨੂੰ ਦੇ ਰਿਹਾ, ਤੁਸੀਂ ਮੈਨੂੰ ਆਂਸਰ ਦੱਸਣਾ ਕਮੈਂਟ ਬਾਕਸ ਦੇ ਵਿੱਚ। ਇੱਕ ਐਕਸਪ੍ਰੈਸ਼ਨ ਦਿੱਤਾ ਹੋਇਆ, ਤੁਹਾਨੂੰ ਮੈਂ ਕੁਝ ਨਹੀਂ ਲਿਖਦਾ ਇੱਥੇ, ਤੁਸੀਂ ਆਪਣੇ ਆਪ ਪਛਾਣਨਾ ਕਿਹਦੇ ਵਿੱਚ ਹੈ ਤੇ ਕਿਹਦੇ ਚ ਕਨਵਰਟ ਕਰਨਾ, ਤੁਹਾਨੂੰ ਮੈਂ ਦੱਸਦਾ। A ਮਲਟੀਪਲਾਈ ਬਾਈ B, ਠੀਕ ਹੈ, ਮਲਟੀਪਲਾਈ ਦਾ ਸਾਈਨ ਹੈ, A ਮਲਟੀਪਲਾਈ ਬਾਈ B ਪਲੱਸ C ਡਿਵਾਈਡ ਬਾਈ D। ਤੁਸੀਂ ਇਹਨੂੰ ਕੀ ਕਰਨਾ ਰਾਜੇ, ਪ੍ਰੀਫਿਕਸ ਦੇ ਵਿੱਚ ਵੀ ਕਰਨਾ, ਪੋਸਟ ਫਿਕਸ ਤੇ ਵੀ ਕਰਨਾ ਹੈ। ਤੇ ਤੁਸੀਂ ਜਦੋਂ ਮੈਨੂੰ ਆਂਸਰ ਲਿਖੋਗੇ ਕਮੈਂਟ ਬਾਕਸ ਦੇ ਵਿੱਚ ਇਦਾਂ ਲਿਖ ਦਿਓ, ਪ੍ਰੀਫਿਕਸ ਫਿਰ ਆਂਸਰ ਲਿਖ ਦਿਓ, ਪੋਸਟ ਫਿਕਸ ਫਿਰ ਆਂਸਰ ਲਿਖ ਦਿਓ। ਤਾਂ ਜਰੂਰ ਆਂਸਰ ਲਿਖ ਕੇ ਜਾਣਾ। ਜੇ ਨਹੀਂ ਹੋਊਗਾ ਕਲੀਅਰ ਤਾਂ ਅਗਲੀ ਆਪਾਂ ਜਿਹੜੀ ਵੀਡੀਓ ਆਊਗੀ ਆਪਣੀ ਉਹਦੇ ਵਿੱਚ ਆਪਾਂ ਡਿਸਕਸ ਕਰ ਲਾਂਗੇ। ਕਮੈਂਟ ਬਾਕਸ 'ਚ ਦੱਸ ਵੀ ਦਿਓ ਜੇ ਨਹੀਂ ਸਮਝ ਆਊਗਾ ਤਾਂ। ਇਹ ਬਹੁਤ ਇੰਪੋਰਟੈਂਟ ਹੈ ਰਾਜੇ, ਇੱਥੋਂ ਇੱਕ ਨਾ ਇੱਕ ਕੁਐਸਚਨ ਜ਼ਰੂਰ ਨਿਕਲ ਕੇ ਆਊਗਾ। ਤਾਂ ਸਟੈਕ ਲਗਭਗ ਆਪਣਾ ਖਤਮ ਹੋ ਗਿਆ। ਹੁਣ ਆਪਾਂ ਗੱਲ ਕਰਦੇ ਹਾਂ ਅਗਲੇ ਡਾਟਾ ਸਟਰਕਚਰ ਦੀ, ਜਿਹਨੂੰ ਕਹਿ ਦਿੰਦੇ ਆ ਕਿਊ। ਹੁਣ ਕਿਊ ਬਾਰੇ ਤੁਸੀਂ ਜਾਣਦੇ ਹੋ ਰਾਜੇ, ਲਾਈਨ ਲੱਗਣਾ। ਇੰਡੀਆ ਦੇ ਵਿੱਚ ਤਾਂ ਕਿਊ ਬਹੁਤ ਲੱਗਦੇ ਆ, ਹਨਾ। ਕਿਊ ਜਿਵੇਂ ਆਪਾਂ ਮੰਨ ਲਓ ਸਿਨੇਮਾ ਹਾਲ ਦੇ ਵਿੱਚ ਜਾਈਏ ਟਿਕਟ ਲੈਣੀ ਹੈ ਤਾਂ ਵੀ ਆਪਾਂ ਨੂੰ ਲਾਈਨ 'ਚ ਲੱਗਣਾ ਪੈਂਦਾ ਹੈ, ਠੀਕ ਹੈ। ਰਾਸ਼ਨ ਲੈਣ ਜਾਓ ਡਿਪੂ ਤੇ ਤਾਂ ਵੀ ਲਾਈਨ 'ਚ ਲੱਗ ਜਾਂਦੇ ਆਪਾਂ। ਜਾਂ ਫਿਰ ਮੰਨ ਲਓ ਕਹਿ ਦਿਓ ਬੈਂਕ 'ਚ ਜਾਣਾ, ਪੈਸੇ ਜਮ੍ਹਾਂ ਕਰਾਉਣ ਜਾਂ ਕਢਵਾਉਣ ਜਾਣਾ, ਤਾਂ ਵੀ ਲਾਈਨ 'ਚ ਲੱਗਣਾ। ਤਾਂ ਇੰਡੀਆ ਵਾਲਿਆਂ ਨੂੰ ਤਾਂ ਪਤਾ ਹੀ ਆ ਕਿਊ ਕੀ ਹੁੰਦਾ। ਤਾਂ ਕਿਊ ਹੁੰਦਾ ਰਾਜੇ ਜਿਹਦੇ ਵਿੱਚ ਦੋ ਐਂਡ ਹੁੰਦੇ ਆ। ਦੋ ਐਂਡ ਕਿਹੜੇ ਕਿਹੜੇ ਹੁੰਦੇ ਆ, ਇੱਕ ਤਾਂ ਫਰੰਟ ਐਂਡ ਹੁੰਦਾ ਤੇ ਇੱਕ ਹੁੰਦਾ ਰੀਅਰ ਐਂਡ। ਰੀਅਰ ਦਾ ਮਤਲਬ ਹੁੰਦਾ ਬੈਕ ਐਂਡ, ਠੀਕ ਹੈ। ਹੁਣ ਕੋਈ ਚੀਜ਼ ਜਿਹੜੀ ਹੈਗੀ ਹੈ ਰਾਜੇ ਡਿਲੀਟ ਹੋਣੀ ਆ, ਉਹ ਕਿੱਥੋਂ ਹੋਊਗੀ, ਫਰੰਟ ਐਂਡ ਤੇ ਹੋਊਗੀ। ਕਿਉਂਕਿ ਦੇਖੋ ਮੰਨ ਲਓ ਇਹਦੇ ਵਿੱਚ ਕੀ ਹੈ, FIFO ਦੇ ਉੱਪਰ ਕੰਮ ਕਰਦਾ ਹੈ। ਇਹ ਕੀ ਕਰਦਾ, FIFO ਦੇ ਉੱਪਰ ਕੰਮ ਕਰਦਾ, ਫਸਟ ਇਨ ਫਸਟ ਆਊਟ। ਹੁਣ ਦੇਖੋ ਪਹਿਲਾਂ ਕਿਹੜੀ ਆਈ ਹੈ, ਆਹ ਗੱਡੀ ਆਈ ਹੈ, ਮੰਨ ਲਓ ਵਨ ਵੇ ਹੈ, ਵਨ ਵੇ ਹੈ। ਇਹਨਾਂ ਨੇ ਇਹ ਐਗਜ਼ਿਟ ਪੁਆਇੰਟ ਹੈ, ਇਹਨੇ ਬਾਹਰ ਜਾਣਾ, ਸਭ ਤੋਂ ਪਹਿਲਾਂ ਜਿਹੜੀ ਪਹਿਲਾਂ ਆਊਗੀ ਉਹ ਪਹਿਲਾਂ ਬਾਹਰ ਜਾਊਗੀ। ਤਾਂ ਇਹ ਕੀ ਹੈ, ਫਸਟ ਇਨ ਫਸਟ ਆਊਟ ਤੇ ਕੰਮ ਕਰਦਾ। ਫਿਰ ਸੈਕੰਡ ਤੇ ਇਹ ਜਾਊਗੀ, ਇਹ ਜਾਊਗੀ, ਇਹ ਜਾਊਗੀ। ਹੁਣ ਨਵੀਂ ਗੱਡੀ ਆਊਗੀ, ਕਿੱਥੋਂ ਐਂਟਰ ਹੋਊਗੀ, ਰੀਅਰ ਤੋਂ ਐਂਟਰ ਹੋਊਗੀ। ਡਿਲੀਟ ਕਿੱਥੋਂ ਹੋ ਰਹੀ ਹੈ, ਫਰੰਟ ਤੋਂ ਹੋ ਰਹੀ ਹੈ। ਤਾਂ ਕਿਊ ਦੇ ਕਿੰਨੇ ਹੁੰਦੇ ਰਾਜੇ, ਦੋ ਐਂਡ ਹੁੰਦੇ ਆ। ਜਦ ਕਿ ਸਟੈਕ ਦੇ ਆਪਾਂ ਕਿੰਨੇ ਐਂਡ ਪੜ੍ਹੇ ਸੀਗੇ, ਇੱਕ ਐਂਡ ਪੜਿਆ ਸੀ ਜਿਹਨੂੰ ਆਪਾਂ ਕੀ ਕਹਿੰਦੇ ਸੀਗੇ, ਟੌਪ ਐਂਡ। ਬਟ ਕਿਊ ਦੇ ਵਿੱਚ ਕੀ ਹੁੰਦੇ ਰਾਜੇ, ਦੋ ਐਂਡ ਹੁੰਦੇ ਆ। ਹੁਣ ਪੜ੍ਹ ਲਓ, ਕਹਿੰਦਾ ਕਿਊ ਇਜ਼ ਏ ਲੀਨੀਅਰ ਡਾਟਾ ਸਟਰਕਚਰ। ਤਾਂ ਕਿਊ ਕੀ ਹੈ, ਇੱਕ ਰਾਜੇ ਲੀਨੀਅਰ ਡਾਟਾ ਸਟਰਕਚਰ ਹੈ ਜਿਹਦੇ ਵਿੱਚ ਦੋ ਐਂਡ ਹੁੰਦੇ ਆ। ਫਸਟ ਐਂਡ ਜਿੱਥੋਂ ਆਪਾਂ ਇਨਸਰਟ ਕਰਦੇ ਆ ਉਹਨੂੰ ਕਹਿ ਦਿੰਦੇ ਆ ਜੀ ਰੀਅਰ ਐਂਡ, ਤੇ ਜਿੱਥੋਂ ਕੋਈ ਚੀਜ਼ ਡਿਲੀਟ ਕਰਦੇ ਉਹਨੂੰ ਕਹਿ ਦਿੰਦੇ ਆ ਫਰੰਟ ਐਂਡ। ਕਲੀਅਰ ਹੈ, ਓਕੇ ਆ ਜੀ। ਇਹ ਕੰਮ ਕਿਤੇ ਕਰਦਾ ਰਾਜੇ, FIFO ਦੇ ਉੱਪਰ ਕੰਮ ਕਰਦਾ। FIFO ਦੀ ਫੁੱਲ ਫਾਰਮ ਵੀ ਯਾਦ ਰੱਖ ਲਿਓ, ਫਸਟ ਇਨ ਫਸਟ ਆਊਟ। ਇਹਦੇ ਉੱਪਰ ਕੰਮ ਕਰਦਾ ਹੈ, ਓਕੇ। ਨੈਕਸਟ ਦੇਖਦੇ ਹਾਂ ਆਪਾਂ। ਹੁਣ ਕਿਊਜ਼ ਹੁੰਦੇ ਕਿੰਨੇ ਤਰ੍ਹਾਂ ਦੇ ਰਾਜੇ, ਇੱਕ ਤਾਂ ਸਿੰਪਲ ਕਿਊ ਜਿਹੜਾ ਮੈਂ ਹੁਣ ਤੁਹਾਨੂੰ ਪੜ੍ਹਾ ਕੇ ਆਇਆ,
ਇੱਕ ਹੁੰਦਾ ਜੀ ਸਰਕੂਲਰ ਕਿਊ ਹੁੰਦਾ, ਇੱਕ ਪ੍ਰਾਇੋਰਟੀ ਕਿਊ ਹੁੰਦਾ, ਇੱਕ ਹੁੰਦਾ ਡਬਲ ਐਂਡਡ ਕਿਊ ਜਿਹਨੂੰ ਡੀਕਿਊ ਵੀ ਬੋਲਦੇ ਆ। ਇਹ ਸਾਰਿਆਂ ਬਾਰੇ ਆਪਾਂ ਥੋੜੀ ਥੋੜੀ ਜਾਣਕਾਰੀ ਲੈਣੇ ਆ। ਬਾਕੀ ਹੈਗਾ ਤਾਂ ਕਾਫੀ ਡਿਟੇਲ ਦੇ ਵਿੱਚ, ਬਟ ਆਪਾਂ ਜਿੰਨਾ ਕੁ ਐਗਜ਼ਾਮ ਪੁਆਇੰਟ ਆਫ View ਤੋਂ ਆਪਾਂ ਨੂੰ ਸਮਝਣਾ ਚਾਹੀਦਾ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਆ। ਸਿੰਪਲ ਕਿਊ ਕੀ ਹੁੰਦਾ ਬੇਟੇ, ਜਿਹੜਾ ਦੇਖੋ ਸਿੰਪਲ ਕਿਊ ਤੁਹਾਡੇ ਸਾਹਮਣੇ ਮੈਂ ਬਣਾਤਾ, ਜਿਵੇਂ ਮੰਨ ਲਓ ਕੋਈ 4 ਬੰਦੇ ਲਾਈਨ 'ਚ ਖੜੇ ਆ, ਉਹ ਵੀ ਇੱਕ ਕਿਊ ਹੀ ਹੈ, ਠੀਕ ਹੈ। ਇਹਦਾ ਫਰੰਟ ਜਿਹੜਾ ਮਰਜ਼ੀ ਮੰਨ ਲਓ, ਆ ਫਰੰਟ ਮੰਨ ਲਓ, ਆ ਰੀਅਰ ਮੰਨ ਲਓ, ਜਿਵੇਂ ਮਰਜ਼ੀ ਮੂਵ ਕਰ ਲਓ ਵੀ ਇਧਰ ਮੂੰਹ ਆ ਕੇ ਖੜੇ ਆ, ਠੀਕ ਹੈ। ਤਾਂ ਇਹ ਹੈਗਾ ਤੁਹਾਡਾ ਬਿਲਕੁਲ ਸਿੰਪਲ ਕਿਊ, ਠੀਕ ਹੈ ਜੀ। ਤੇ ਸਿੰਪਲ ਕਿਊ ਦੇ ਵਿੱਚ ਕੀ ਆ ਜੀ, ਜਿਹੜੀ ਡਿਲੀਸ਼ਨ ਹੋਊਗੀ ਫਰੰਟ ਐਂਡ ਤੋਂ ਹੋਊਗੀ, ਇੰਸਰਸ਼ਨ ਰੀਅਰ ਐਂਡ ਤੋਂ ਹੋਊਗੀ। ਬਸ ਇਹ ਯਾਦ ਰੱਖਣਾ ਤੁਸੀਂ। ਇਹ ਹੈਗਾ ਜੀ ਤੁਹਾਡਾ ਸਿੰਪਲ ਕਿਊ। ਕੰਮ ਕਿਤੇ ਕਰਦਾ, ਫੀਫੂ ਦੇ ਉੱਪਰ ਕੰਮ ਕਰਦਾ, ਫਸਟ ਇਨ ਫਸਟ ਆਊਟ ਦੇ ਉੱਪਰ। ਹੁਣ ਆਪਰੇਸ਼ਨ ਕਿਹੜੇ ਕਿਹੜੇ ਕਰ ਸਕਦੇ ਆ ਰਾਜੇ ਆਪਾਂ ਇਹਦੇ ਵਿੱਚ, ਆਪਾਂ ਇੰਸਰਸ਼ਨ ਵੀ ਕਰ ਸਕਦੇ ਆ, ਡਿਲੀਸ਼ਨ ਵੀ ਕਰ ਸਕਦੇ ਆ, ਠੀਕ ਹੈ। ਹੁਣ ਇੰਸਰਸ਼ਨ ਤੇ ਡਿਲੀਸ਼ਨ ਆਪਾਂ ਕਰ ਸਕਦੇ ਆ। ਜਦੋਂ ਆਪਾਂ ਇੰਸਰਸ਼ਨ ਕਰਨੀ ਆ ਤਾਂ ਆਪਾਂ ਇੱਕ ਕੰਡੀਸ਼ਨ ਚੈੱਕ ਕਰਦੇ ਹੁੰਦੇ ਆ, ਓਵਰਫਲੋ ਦੀ। ਓਵਰਫਲੋ ਦਾ ਮਤਲਬ ਹੁੰਦਾ ਕਿ ਮੰਨ ਲਓ ਉਹਦਾ ਸਾਈਜ਼ ਹੈ, ਮੰਨ ਲਓ ਕਿਊ ਦਾ ਸਾਈਜ਼ ਕਿੰਨਾ ਹੈਗਾ ਰਾਜੇ, ਮੈਕਸਿਮਮ ਸਾਈਜ਼ ਹੈਗਾ 5। ਕਹਿਣ ਦਾ ਮਤਲਬ ਕਿ ਇਹਦੇ ਵਿੱਚ ਕੀ ਆ ਜੀ, 5 ਬੰਦੇ ਹੀ ਖੜ ਸਕਦੇ ਆ, 1 2 3 1 2 3 4 ਤੇ 5। ਤੇ ਜੇ ਮੇਰਾ ਜਿਹੜਾ ਰੀਅਰ ਹੈਗਾ ਰਾਜੇ, ਰੀਅਰ ਕਿਹਦਾ ਇਕੁਅਲ ਹੋ ਜੇ ਮੈਕਸਿਮਮ ਸਾਈਜ਼ ਦੇ, ਇਹਨੂੰ ਮੈਕਸਿਮਮ ਲਿਖ ਲਓ ਜਾਂ ਸਾਈਜ਼ ਲਿਖ ਲਓ, ਇੱਕੋ ਗੱਲ ਹੀ ਹੈ। ਜੇ ਤਾਂ ਮੈਕਸਿਮਮ ਦੇ ਇਕੁਅਲ ਰੀਅਰ ਹੋ ਜੇ ਤਾਂ ਕੀ ਹੋ ਜਾਊਗਾ ਜੀ, ਕਿਊ ਦੇ ਵਿੱਚ ਕੀ ਹੋ ਜਾਊਗਾ, ਓਵਰਫਲੋ ਹੋ ਜਾਊਗਾ। ਕਿਉਂਕਿ ਮੈਕਸਿਮਮ ਮੰਨ ਲਓ ਇਹਦੇ ਵਿੱਚ ਕੀ ਹੈ ਕਿ 101 ਵੈਲਿਊ ਪਈ ਹੈ, 102 ਪਈ ਹੈ, 3 ਪਈ ਹੈ, 4 ਪਈ ਹੈ, 5 ਪਈ ਹੈ, ਤੇ ਆਲਰੇਡੀ ਫੁੱਲ ਹੀ ਹੈ ਇਹ। ਜਦੋਂ ਫੁੱਲ ਹੋਊਗਾ ਆਪਾਂ ਕੀ ਕਰ ਸਕਦੇ, ਇਹਦੇ ਵਿੱਚ ਇੰਸਰਸ਼ਨ ਨਹੀਂ ਕਰ ਸਕਦੇ, ਕਿਉਂਕਿ ਇੱਥੇ ਕੀ ਆ ਜਾਊਗੀ, ਓਵਰਫਲੋ ਦੀ ਕੰਡੀਸ਼ਨ ਆ ਜਾਊਗੀ। ਕਲੀਅਰ ਹੈ ਜੀ। ਤਾਂ ਜੇ ਨਹੀਂ ਹੈਗਾ ਰੀਅਰ ਮੈਕਸਿਮਮ ਤਾਂ ਨਾਟ ਇਕੁਅਲ ਟੂ ਮੈਕਸਿਮਮ, ਤਾਂ ਆਪਾਂ ਕੀ ਕਰ ਸਕਦੇ, ਇਹਦੇ ਵਿੱਚ ਨਵੀਂ ਇੰਸਰਸ਼ਨ ਕਰ ਸਕਦੇ ਆ। ਤਾਂ ਤੁਸੀਂ ਇਨਸਰਟ ਕਰ ਦੋਗੇ ਇਹਦੇ ਵਿੱਚ ਓਵਰਫਲੋ ਦੀ ਕੰਡੀਸ਼ਨ ਚੈੱਕ ਕਰਨ ਤੋਂ ਬਾਅਦ। ਤਾਂ ਦੇਖ ਲਓ ਤੁਹਾਡੇ ਸਾਹਮਣੇ ਹੈ, ਆ ਕੀ ਨੇ ਜੀ, ਉਹਦੇ ਐਡਰੈਸ ਨੇ, ਆ ਇੰਡੈਕਸ ਹੈ। ਇੰਡੈਕਸ ਰਾਜੇ 0 ਤੋਂ ਵੀ ਕਰ ਸਕਦੇ ਆ ਸਟਾਰਟ, ਆਪਾਂ 1 ਤੋਂ ਵੀ ਕਰ ਸਕਦੇ ਆ। ਮੰਨ ਲਓ ਇੱਥੇ ਆਪਾਂ ਰੀਅਰ ਚੈੱਕ ਕੀਤਾ, ਮੈਕਸਿਮਮ ਵੈਲਿਊ ਕਿੰਨੀ ਸੀਗੀ, 7 ਸੀਗੀ, ਮੈਕਸਿਮਮ ਸਾਈਜ਼ ਕਿੰਨਾ 7 ਹੈ। ਉਹਨਾਂ ਨੇ ਚੈੱਕ ਕੀਤਾ ਕਿ ਜਿਹੜਾ ਰੀਅਰ ਹੈਗਾ ਉਹ ਮੈਕਸਿਮਮ ਦੇ ਇਕੁਅਲ ਹੈਗਾ ਕਿ ਨਹੀਂ ਹੈਗਾ। ਹੁਣ ਮੰਨ ਲਓ ਰੀਅਰ ਕਿੰਨਾ ਹੈਗਾ ਆਪਣੇ ਕੋਲ 5, ਮੈਕਸਿਮਮ ਕਿੰਨਾ ਹੈਗਾ 7, ਨਾਟ ਇਕੁਅਲ ਹੈ। ਤਾਂ ਕਹਿਣ ਦਾ ਮਤਲਬ ਇਹਦੇ ਵਿੱਚ ਓਵਰਫਲੋ ਕੰਡੀਸ਼ਨ ਨਹੀਂ ਹੈਗੀ, ਆਪਾਂ ਇਨਸਰਟ ਕਰ ਸਕਦੇ ਹਾਂ। ਹੁਣ ਸਟਾਰਟਿੰਗ ਦੇ ਵਿੱਚ ਦੇਖੀਏ ਤਾਂ ਫਰੰਟ ਕਿੰਨਾ ਮੇਰਾ 0 ਹੈ, ਰੀਅਰ ਕਿੰਨਾ ਮੇਰਾ 5 ਹੈ। ਤਾਂ ਮੈਂ ਨਵੀਂ ਇੰਸਰਸ਼ਨ ਕਰ ਰਿਹਾ, ਜਦੋਂ ਮੈਂ ਨਵੀਂ ਇੰਸਰਸ਼ਨ ਕੀਤੀ ਤਾਂ ਮੇਰਾ ਹੁਣ ਦੇਖੋ ਫਰੰਟ ਤਾਂ ਸੇਮ ਹੀ ਰਹੂਗਾ, ਇੰਸਰਸ਼ਨ ਕਿੱਥੋਂ ਹੋਣੀ ਹੈ, ਬੈਕ ਐਂਡ ਤੋਂ ਹੋਣੀ ਹੈ। ਤੇ ਮੇਰਾ ਰੀਅਰ ਕੀ ਬਣ ਜਾਊਗਾ, 5 ਤੋਂ ਕੀ ਬਣ ਜਾਊਗਾ, 6 ਬਣ ਜਾਊਗਾ। ਤਾਂ ਯਾਦ ਰੱਖਣਾ ਜਦੋਂ ਇੰਸਰਸ਼ਨ ਹੁੰਦੀ ਹੈ ਉਦੋਂ ਕਿਹਦੀ ਵੈਲਿਊ ਪਲੱਸ ਹੁੰਦੀ ਹੈ, ਰੀਅਰ ਕੀ ਹੋ ਜਾਂਦਾ, ਰੀਅਰ ਪਲੱਸ 1। ਰੀਅਰ ਕੀ ਹੋ ਜਾਂਦਾ, ਰੀਅਰ ਪਲੱਸ 1। ਰੀਅਰ ਪਹਿਲਾਂ ਕਿੰਨਾ ਸੀਗਾ, ਰੀਅਰ ਪਹਿਲਾਂ ਕਿੰਨਾ ਸੀਗਾ, 5 ਸੀਗਾ, ਹੁਣ ਕਿੰਨਾ ਹੋ ਗਿਆ, 5 ਪਲੱਸ ਕਿੰਨਾ ਹੋ ਗਿਆ, 6 ਹੋ ਗਿਆ। ਤਾਂ ਕਹਿਣ ਦਾ ਮਤਲਬ ਯਾਦ ਰੱਖਣਾ ਹਰ ਵਾਰੀ ਵੈਲਿਊ ਪਲੱਸ 1 ਕਿਹਦੀ ਹੋਊਗੀ, ਇੰਸਰਸ਼ਨ ਦੇ ਦੌਰਾਨ ਰੀਅਰ ਦੀ ਹੋਊਗੀ। ਹੁਣ ਗੱਲ ਕਰਦੇ ਆਪਾਂ ਡਿਲੀਸ਼ਨ ਦੀ। ਡਿਲੀਸ਼ਨ ਕਦੋਂ ਹੋਊਗੀ, ਡਿਲੀਸ਼ਨ ਰਾਜੇ ਪਹਿਲਾਂ ਕੰਡੀਸ਼ਨ ਚੈੱਕ ਹੋਊਗੀ ਅੰਡਰਫਲੋ ਦੀ। ਤੁਹਾਨੂੰ ਮੈਂ ਕਰਾ ਕੇ ਆਇਆ ਨਾ, ਉਹਦੇ ਵਿੱਚ ਅੰਡਰਫਲੋ ਦੀ ਕੰਡੀਸ਼ਨ ਚੈੱਕ ਹੋਊਗੀ। ਅੰਡਰਫਲੋ ਦਾ ਮਤਲਬ ਕੀ ਹੈ, ਜੇ ਮੇਰਾ ਫਰੰਟ 0 ਹੈ ਤੇ ਮੇਰਾ ਰੀਅਰ ਵੀ 0 ਹੈ, ਕਹਿਣ ਦਾ ਮਤਲਬ ਫਰੰਟ ਦੀ ਵੀ 0 ਹੈ ਤੇ ਰੀਅਰ ਦੀ ਵੈਲਿਊ ਵੀ 0 ਹੈ। ਤਾਂ ਕਹਿਣ ਦਾ ਮਤਲਬ ਕੀ ਹੈ, ਇਹ ਬਿਲਕੁਲ ਖਾਲੀ ਕਿਊ ਹੈ ਤੇ ਇਹਨੂੰ ਕਹਿ ਦਿੰਦੇ ਆ ਜੀ ਅੰਡਰਫਲੋ ਦੀ ਕੰਡੀਸ਼ਨ ਕਹਿ ਦਿੰਦੇ ਆ। ਮੰਨ ਲਓ ਮੇਰਾ ਫਰੰਟ 0 ਨਹੀਂ ਹੈਗਾ, ਫਰੰਟ 1 ਹੈ, ਇਹਦਾ ਮਤਲਬ ਉਹਦੇ ਵਿੱਚ ਕੀ ਹੈ, ਇੱਕ ਨਾ ਇੱਕ ਵੈਲਿਊ ਹੋਊਗੀ, ਠੀਕ ਹੈ। ਜਿਵੇਂ ਹੁਣ ਮੇਰੇ ਕੋਲ ਦੇਖੋ ਫਰੰਟ ਦੀ ਵੈਲਿਊ 1 ਹੈ, ਰੀਅਰ ਦੀ ਵੈਲਿਊ ਕਿੰਨੀ ਹੈ, 5 ਹੈ। ਤੇ ਇਹਦੇ ਵਿੱਚ ਕੀ ਹੈ ਜੀ, ਇਹਦੇ ਵਿੱਚ ਆਪਾਂ ਮੰਨ ਕੇ ਚੱਲਦੇ ਹਾਂ 5 ਐਲੀਮੈਂਟ ਹੋਣਗੇ, ਕਿਉਂਕਿ ਪਤਾ ਚੱਲ ਗਿਆ ਆਪਾਂ ਨੂੰ 1 2 3 4 5 ਰੀਅਰ ਤੋਂ ਪਤਾ ਚੱਲ ਗਿਆ ਕਿ ਇਹਦੇ ਵਿੱਚ ਕਿੰਨੇ ਐਲੀਮੈਂਟ ਨੇ, 5 ਐਲੀਮੈਂਟ ਨੇ, ਠੀਕ ਹੈ। ਹੁਣ ਮੈਂ ਡਿਲੀਸ਼ਨ ਕਰਨੀ ਹੈ, ਤੁਹਾਨੂੰ ਮੈਂ ਦੱਸਿਆ ਡਿਲੀਸ਼ਨ ਕਿੱਥੋਂ ਹੁੰਦੀ ਹੈ, ਹਮੇਸ਼ਾ ਫਰੰਟ ਤੋਂ ਹੁੰਦੀ ਹੈ। ਤਾਂ ਫਰੰਟ ਤੋਂ ਜਦੋਂ ਮੈਂ ਡਿਲੀਟ ਕੀਤਾ ਤਾਂ 26 ਡਿਲੀਟ ਹੋ ਜਾਊਗਾ। ਤਾਂ ਜਿਹੜੀ ਰੀਅਰ ਦੀ ਵੈਲਿਊ ਫਰੰਟ ਦੀ ਵੈਲਿਊ ਕੀ ਹੋ ਜਾਊਗੀ, +1 ਹੋ ਜਾਊਗੀ। ਕੀ ਹੋ ਜਾਊਗੀ, +1 ਹੋ ਜਾਊਗੀ। ਤਾਂ ਕਿੰਨੀ ਹੋ ਗਈ, ਫਰੰਟ ਨੂੰ ਕਿੰਨਾ ਹੋ ਗਿਆ, 2 ਹੋ ਗਿਆ। ਕਲੀਅਰ ਹੈ ਜੀ। ਜਦੋਂ ਕੋਈ ਚੀਜ਼ ਇਨਸਰਟ ਹੋਊਗੀ ਤਾਂ ਰੀਅਰ ਦੀ ਵੈਲਿਊ ਪਲੱਸ ਹੋਊਗੀ, ਜਦੋਂ ਕੋਈ ਚੀਜ਼ ਡਿਲੀਟ ਹੋਊਗੀ ਤਾਂ ਫਰੰਟ ਦੀ ਵੈਲਿਊ ਕਿੰਨੀ ਹੋ ਜਾਊਗੀ, +1 ਹੋ ਜਾਊਗੀ। ਓਕੇ ਹੈ ਜੀ, ਕਲੀਅਰ। ਇਹ ਹੈਗਾ ਜੀ ਇੰਸਰਸ਼ਨ ਤੇ ਡਿਲੀਸ਼ਨ। ਹੁਣ ਆਪਾਂ ਗੱਲ ਕਰਦੇ ਹਾਂ ਜੀ ਸਰਕੂਲਰ ਕਿਊ ਦੀ। ਸਰਕੂਲਰ ਕਿਊ ਦੀ ਜ਼ਰੂਰਤ ਕਿਉਂ ਪਈ, ਪਹਿਲਾਂ ਤਾਂ ਆਪਾਂ ਪ੍ਰੋਬਲਮ ਦੇਖਦੇ ਹਾਂ ਵੀ ਕਿਉਂ ਜ਼ਰੂਰਤ ਪਈ ਸਰਕੂਲਰ ਕਿਊ ਦੀ। ਹੁਣ ਦੇਖੋ ਮੈਂ ਤੁਹਾਨੂੰ ਗੱਲ ਦੱਸਦਾ, ਜਦੋਂ ਆਪਾਂ ਕੋਈ ਇਨਸਰਸ਼ਨ ਕਰਦੇ ਹਾਂ ਤਾਂ ਆਪਾਂ ਹਮੇਸ਼ਾ ਕੀ ਚੈੱਕ ਕਰਦੇ ਹਾਂ, ਰੀਅਰ ਚੈੱਕ ਕਰਦੇ ਹਾਂ। ਆਪਾਂ ਚੈੱਕ ਕਰਦੇ ਹਾਂ ਵੀ ਜਿਹੜਾ ਰੀਅਰ ਹੈਗਾ ਉਹ ਮੈਕਸਿਮਮ ਸਾਈਜ਼ ਦੇ ਬਰਾਬਰ ਹੈਗਾ ਕਿ ਨਹੀਂ ਹੈਗਾ। ਹੁਣ ਅਗਰ ਇਸ ਕਿਊ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਮੈਕਸਿਮਮ ਸਾਈਜ਼ ਕਿੰਨਾ ਹੈਗਾ ਰਾਜੇ, ਮੈਕਸਿਮਮ ਸਾਈਜ਼ ਹੈਗਾ 5। ਜਦੋਂ ਮੈਂ ਰੀਅਰ ਚੈੱਕ ਕਰਦਾ ਤਾਂ ਰੀਅਰ ਦੀ ਵੈਲਿਊ ਕਿੰਨੀ ਹੈਗੀ ਆ, ਰੀਅਰ ਦੀ ਵੈਲਿਊ ਵੀ 5 ਹੈ। ਤਾਂ ਕਹਿਣ ਦਾ ਮਤਲਬ ਇੱਥੇ ਕੀ ਆ ਗਈ, ਕੰਡੀਸ਼ਨ ਆ ਗਈ, ਓਵਰਫਲੋ ਦੀ ਕੰਡੀਸ਼ਨ ਆ ਗਈ, ਓਵਰਫਲੋ ਦੀ ਕੰਡੀਸ਼ਨ ਹੋ ਗਈ। ਤਾਂ ਜਦੋਂ ਇਨਸਰਸ਼ਨ ਹੁੰਦੀ ਹੈ ਸਿਰਫ ਆਪਾਂ ਰੀਅਰ ਚੈੱਕ ਕਰਦੇ ਹਾਂ, ਫਰੰਟ ਨਹੀਂ ਚੈੱਕ ਕਰਦੇ। ਬਟ ਅਗਰ ਆਪਾਂ ਦੇਖੀਏ ਇੱਥੇ ਫਰੰਟ ਦੀ ਵੈਲਿਊ ਕਿੰਨੀ ਹੈ, 3 ਹੈ, ਤੇ ਜਿਹੜੇ ਅਗਲੇ ਦੋ ਐਲੀਮੈਂਟ ਹੈ ਖਾਲੀ ਪਏ ਹੈ। ਤਾਂ ਇੱਥੇ ਕੀ ਹੋ ਜਾਂਦੀ ਹੈ, ਵੇਸਟੇਜ ਆਫ ਮੈਮਰੀ ਹੋ ਜਾਂਦੀ ਹੈ। ਇੱਥੇ ਕੀ ਆਪਣਾ ਜਿਹੜਾ ਕਿਊ ਹੈਗਾ ਉਹ ਖਾਲੀ ਰਹਿ ਜਾਂਦਾ ਹੈ। ਤਾਂ ਇਹ ਵੇਸਟੇਜ ਆਫ ਫ੍ਰੀ ਬਲੌਕਸ ਹੈ, ਆਪਾਂ ਇਹਨੂੰ ਭਰਨਾ ਹੈ। ਹੁਣ ਇਹਨੂੰ ਭਰਨ ਦੇ ਦੋ ਤਰੀਕੇ ਨੇ। ਇੱਕ ਤਰੀਕਾ ਤਾਂ ਕੀ ਹੈ ਕਿ ਜੇ ਆਪਾਂ ਸ਼ਿਫਟ ਕਰ ਦਈਏ, ਜੇ ਆਪਾਂ ਐਂ ਕਰੀਏ
ਜੇ ਆਪਾਂ ਐ ਕਰੀਏ ਮਤਲਬ ਇਹਦੇ ਵਿੱਚ ਕੀ ਕਰੀਏ ਕਿ ਜਿਹੜੀ ਆ 10 ਦੀ ਵੈਲਿਊ ਆ ਪਹਿਲਾਂ ਇੱਥੇ ਸ਼ਿਫਟ ਕਰ ਦਈਏ, ਫਿਰ ਇੱਥੇ ਸ਼ਿਫਟ ਕਰ ਦਈਏ, ਫਿਰ 20 ਨੂੰ ਸ਼ਿਫਟ ਕਰ ਦਈਏ, ਫਿਰ 30 ਨੂੰ ਸ਼ਿਫਟ ਕਰ ਦਈਏ। ਤਾਂ ਸ਼ਿਫਟਿੰਗ ਦੇ ਦੌਰਾਨ ਕੀ ਹੋ ਜਾਊਗਾ, ਆਪਣਾ ਰੀਅਰ ਕੀ ਹੋ ਜਾਊਗਾ, ਪਿੱਛੋਂ ਖਾਲੀ ਹੋ ਜਾਊਗਾ, ਆਪਾਂ ਕੀ ਕਰ ਦਾਂਗੇ ਇੰਸਰਸ਼ਨ ਕਰ ਦਾਂਗੇ। ਪਰ ਇਹ ਵੀ ਤਾਂ ਪੋਸੀਬਲ ਹੈ ਜਿੱਥੇ ਕੀ ਹੈ ਸਮਾਲ ਸਾਈਜ਼ ਆਫ ਕਿਊ ਹੈ ਮੇਰੇ ਕੋਲੇ। ਪਰ ਜੇ ਹੁਣ ਮੇਰੀ ਗੱਲ ਸੁਣੋ, ਮੰਨ ਲਓ ਕਿ ਮੇਰਾ ਰੀਅਰ ਹੈਗਾ 100 ਤੇ ਫਰੰਟ ਤੇ ਮੇਰੇ ਕੀ ਹੈ 3 ਖਾਲੀ ਨੇ ਬਲੌਕ। ਜਿਵੇਂ ਹੁਣ ਇੱਥੇ 3 ਖਾਲੀ ਸੀਗੇ ਬਲੌਕ, 2 ਬਲੌਕ ਖਾਲੀ ਸੀਗੇ, ਪਰ ਸਾਈਜ਼ ਸੀਗਾ 5, ਤਾਂ ਸ਼ਿਫਟਿੰਗ ਕਰਨੀ ਸੌਖੀ ਸੀਗੀ। ਮੰਨ ਲਓ ਇਹ ਸਾਈਜ਼ ਜੇ 100 ਹੁੰਦਾ ਤਾਂ ਆਪਾਂ ਸ਼ਿਫਟਿੰਗ ਕਰਨ ਦੇ ਵਿੱਚ ਇੰਨਾ ਟਾਈਮ ਲੱਗਣਾ ਸੀਗਾ ਕਿ ਇਹ ਕੰਪਲਿਕੇਟਡ ਹੋ ਜਾਣਾ ਸੀਗਾ, ਟਾਈਮ ਕੰਜ਼ਿਊਮਿੰਗ ਕਨਸੈਪਟ ਹੋ ਜਾਣਾ ਸੀਗਾ। ਤਾਂ ਇਸ ਪ੍ਰੋਬਲਮ ਨੂੰ ਰਿਜ਼ੋਲਵ ਕਰਨ ਵਾਸਤੇ ਜਿਹੜਾ ਕਿਊ ਆਇਆ ਰਾਜੇ, ਉਹਨੂੰ ਕਹਿ ਦਿੰਦੇ ਆ ਸਰਕੂਲਰ ਕਿਊ। ਸਰਕੂਲਰ ਕਿਊ ਦੇ ਵਿੱਚ ਕੀ ਕਰਦੇ ਆ, ਮੰਨ ਲਓ ਆ ਤਿੰਨੇ ਕੀ ਨੇ ਖਾਲੀ ਪਏ ਨੇ, ਰੀਅਰ ਮੇਰਾ ਹੋ ਗਿਆ ਮੈਕਸਿਮਮ, ਬਟ ਮੈਂ ਰੀਅਰ ਨੂੰ ਜੋੜ ਕੇ ਘੁਮਾ ਕੇ ਫਰੰਟ ਦੇ ਨਾਲ ਜੋੜ ਦਿੰਦਾ ਤਾਂ ਕੀ ਬਣ ਜਾਂਦਾ, ਉਹ ਸਰਕੂਲਰ ਕਿਊ ਬਣ ਜਾਂਦਾ। ਠੀਕ ਹੈ ਜੀ, ਸਮਝ ਗਏ ਮੇਰੀ ਗੱਲ। ਜਿਵੇਂ ਮੰਨ ਲਓ ਕੋਈ ਸਿੰਗਲ ਮੇਰੇ ਕੋਲੇ ਮੰਨ ਲਓ ਕੋਈ ਮੇਰੇ ਕੋਲੇ ਪਾਈਪ ਹੈ, ਇਸ ਪਾਈਪ ਨੂੰ ਮੈਂ ਘੁਮਾ ਕੇ ਇਹਦਾ ਸਿਰਾ ਇਹਦੇ ਨਾਲ ਜੋੜਦਾ, ਕੀ ਬਣ ਜਾਊਗਾ ਸਰਕੂਲਰ ਬਣ ਜਾਊਗਾ। ਤਾਂ ਸੇਮ ਚੀਜ਼ ਹੈ ਕਿ ਜਦੋਂ ਫਰੰਟ ਤੇ ਕੋਈ ਚੀਜ਼ ਖਾਲੀ ਹੈ ਉਹਨੂੰ ਆਪਾਂ ਘੁਮਾ ਕੇ ਰੀਅਰ ਦੇ ਨਾਲ ਜੋੜ ਦਾਂਗੇ ਤਾਂ ਕੀ ਬਣ ਜਾਊਗਾ ਰਾਜੇ, ਤੁਹਾਡਾ ਸਰਕੂਲਰ ਕਿਊ ਬਣ ਜਾਊਗਾ। ਇਹ ਤਾਂ ਹੀ ਬਣਾਇਆ ਗਿਆ ਕਿ ਜਿਹੜੀ ਵੇਸਟੇਜ ਆਫ ਬਲੌਕਸ ਹੈ ਉਹ ਨਾ ਹੋਵੇ। ਹੁਣ ਜਿਹੜਾ ਸਰਕੂਲਰ ਕਿਊ ਹੈ ਰਾਜੇ ਸਿਮਿਲਰ ਟੂ ਸਿੰਪਲ ਕਿਊ ਹੈ। ਕੰਮ ਕਿਵੇਂ ਕਰਦਾ, ਫਸਟ ਇਨ ਫਸਟ ਆਊਟ ਤੇ ਕੰਮ ਕਰਦਾ। ਬਸ ਇਹਦਾ ਨਾਮ ਯਾਦ ਰੱਖਣਾ, ਇਹਨੂੰ ਰਿੰਗ ਬਫਰ ਵੀ ਕਹਿੰਦੇ ਆ। ਇਹ ਪੇਪਰ 'ਚ ਪੁੱਛਿਆ ਜਾਂਦਾ ਹੁੰਦਾ ਕਿ ਰਿੰਗ ਬਫਰ ਕਿਹਨੂੰ ਕਹਿੰਦੇ ਆ ਰਾਜੇ, ਡਬਲ ਐਂਡਡ ਕਿਊ ਨੂੰ ਕਹਿੰਦੇ ਆ, ਸਿੰਪਲ ਕਿਊ ਨੂੰ ਕਹਿੰਦੇ ਆ, ਪ੍ਰਾਇੋਰਟੀ ਕਿਊ ਨੂੰ ਕਹਿੰਦੇ ਆ, ਸਰਕੂਲਰ ਕਿਊ ਨੂੰ ਕਹਿੰਦੇ ਆ। ਤਾਂ ਰਿੰਗ ਬਫਰ ਕਿਹਨੂੰ ਕਹਿੰਦੇ ਆਪਾਂ, ਸਰਕੂਲਰ ਕਿਊ ਨੂੰ ਕਹਿੰਦੇ ਆ। ਠੀਕ ਹੈ ਜੀ, ਸਮਝ ਗਏ ਮੇਰੀ ਗੱਲ। ਚਲੋ ਜੀ ਆਪਾਂ ਅੱਗੇ ਕਰਦੇ ਹਾਂ। ਅੱਗੇ ਆ ਗਿਆ ਜੀ ਸਪੈਸ਼ਲ ਕਿਊ ਹੁੰਦਾ ਇੱਕ ਡੀ ਕਿਊ, ਜਿਹਨੂੰ ਆਪਾਂ ਕਹਿ ਦਿੰਦੇ ਆ ਡਬਲ ਐਂਡਡ ਕਿਊ। ਹੁਣ ਤੁਹਾਨੂੰ ਸਿੰਪਲ ਕਿਊ 'ਚ ਪੜ੍ਹਾ ਕੇ ਆਇਆ, ਜਿਹੜੀ ਇੰਸਰਸ਼ਨ ਹੁੰਦੀ ਹੈ ਰਾਜੇ ਕਿੱਥੋਂ ਹੁੰਦੀ ਹੈ, ਰੀਅਰ ਤੋਂ ਹੁੰਦੀ ਹੈ, ਤੇ ਜਿਹੜੀ ਡਿਲੀਸ਼ਨ ਹੁੰਦੀ ਹੈ ਕਿੱਥੋਂ ਹੁੰਦੀ ਹੈ, ਫਰੰਟ ਤੋਂ ਹੁੰਦੀ ਹੈ। ਬਟ ਜਿਹੜਾ ਡਬਲ ਐਂਡਡ ਕਿਊ ਹੈ ਉਹਦੇ ਵਿੱਚ ਕਿਸੇ ਵੀ ਐਂਡ ਤੋਂ ਆਪਾਂ ਇੰਸਰਸ਼ਨ ਕਰ ਸਕਦੇ ਹਾਂ, ਡਿਲੀਸ਼ਨ ਕਰ ਸਕਦੇ ਹਾਂ। ਦੋਨੇ ਐਂਡ ਤੋਂ ਆਪਾਂ ਕੀ ਕਰ ਸਕਦੇ ਹਾਂ, ਇੰਸਰਸ਼ਨ ਵੀ ਕਰ ਸਕਦੇ ਹਾਂ, ਡਿਲੀਸ਼ਨ ਵੀ ਕਰ ਸਕਦੇ ਹਾਂ। ਤਾਂ ਇੱਕ ਸਪੈਸ਼ਲ ਟਾਈਪ ਦਾ ਕਿਊ ਹੈ, ਤਾਂ ਹੀ ਇਹਨੂੰ ਕੀ ਕਹਿ ਦਿੰਦੇ ਆ, ਡਬਲ ਐਂਡਡ ਕਿਊ ਕਹਿ ਦਿੰਦੇ ਆ। ਕੰਮ ਇਹ ਵੀ ਐਂ ਕਰਦਾ ਫਸਟ ਇਨ ਫਸਟ ਆਊਟ ਦੇ ਉੱਪਰ, ਬਟ ਇਹਦੇ ਵਿੱਚ ਇੱਕ ਸਪੈਸ਼ਲ ਆਪਾਂ ਨੂੰ ਫੈਸਿਲਿਟੀ ਪ੍ਰੋਵਾਈਡ ਕਰਤੀ ਵੀ ਜਿਹੜੇ ਮਰਜ਼ੀ ਐਂਡ ਤੋਂ ਤੁਸੀਂ ਡਿਲੀਟ ਕਰ ਲਓ, ਜਿਹੜੇ ਮਰਜ਼ੀ ਐਂਡ ਤੋਂ ਤੁਸੀਂ ਇਨਸਰਟ ਕਰ ਲਓ। ਠੀਕ ਹੈ ਜੀ, ਬੋਥ ਐਂਡ ਤੋਂ, ਤਾਂ ਹੀ ਇਹਨੂੰ ਡਬਲ ਐਂਡਡ ਕਿਊ ਕਹਿੰਦੇ ਆ। ਲਾਸਟ ਵਨ ਹੈਗਾ ਰਾਜੇ ਆਪਣਾ ਪ੍ਰਾਇੋਰਟੀ ਕਿਊ। ਪ੍ਰਾਇੋਰਟੀ ਕਿਊ ਦੀ ਵਰਤੋਂ ਉੱਥੇ ਕੀਤੀ ਜਾਂਦੀ ਹੈ ਜਿੱਥੇ ਜਿਵੇਂ ਮੰਨ ਲਓ ਇਹਦੀ ਵੈਸੇ ਜਿਹੜੀ ਇਹਦੇ ਜਿਹੜੇ ਮਤਲਬ ਕਿ ਵਰਤਿਆ ਕਿੱਥੇ ਜਾਂਦਾ, CPU ਦੇ ਵਿੱਚ ਵਰਤਿਆ ਜਾਂਦਾ। ਮੰਨ ਲਓ CPU ਦੇ ਵਿੱਚ ਕੀ ਹੁੰਦਾ ਕਿ ਰੈਮ ਦੇ ਵਿੱਚ ਇੱਕ ਤੋਂ ਵੱਧ ਕੰਮ ਹੁੰਦੇ ਆ, ਤਾਂ ਰੈਮ ਦੇ ਵਿੱਚ ਮੰਨ ਲਓ ਇੱਕ ਪ੍ਰੋਸੈਸ ਆ ਹੈ, ਸੈਕੰਡ ਹੈ, ਥਰਡ ਹੈ, ਫੋਰਥ ਹੈ, 4 ਪ੍ਰੋਸੈਸ ਨੇ ਚੱਲਣਾ। ਇੱਕ ਪ੍ਰੋਸੈਸ ਚੱਲ ਰਿਹਾ, ਬਾਕੀ 3 ਕੀ ਹੈ ਵੇਟਿੰਗ ਦੇ ਵਿੱਚ ਹੈ। ਤੈਨੂੰ ਪ੍ਰਾਇੋਰਟੀ ਦੇ ਦਿੰਦੇ ਵੀ ਕਿਹਨੇ ਪਹਿਲਾਂ ਚੱਲਣਾ ਹੈ। ਉੱਥੇ ਪ੍ਰਾਇੋਰਟੀ ਕਿਊ ਦੀ ਕੀ ਕੀਤੀ ਜਾਂਦੀ ਹੈ, ਵਰਤੋਂ ਕੀਤੀ ਜਾਂਦੀ ਹੈ। ਤਾਂ ਇਹਦੇ ਵਿੱਚ ਆਪਾਂ ਮੰਨ ਲਓ ਕੋਈ ਨੰਬਰਿੰਗ ਕਰ ਦਾਂਗੇ ਵੀ ਫਲਾਨਾ ਬੰਦਾ ਪਹਿਲਾਂ ਆਵੇ, ਫਲਾਨਾ ਬੰਦਾ ਬਾਅਦ ਚ ਆਵੇ। ਤਾਂ ਇੱਕ ਨੰਬਰਿੰਗ ਦੇ ਉੱਪਰ ਕੀ ਕਰਦਾ ਹੈ, ਕੰਮ ਕਰਦਾ, ਉਹਨੂੰ ਕੀ ਕਹਿ ਦਿੰਦੇ ਪ੍ਰਾਇੋਰਟੀ ਦੇਣਾ। ਹੁਣ ਮੰਨ ਲਓ ਇਹਦੇ ਵਿੱਚ ਕੀ ਹੈ, ਜਿਹੜਾ ਆ ਦੇਖੋ ਜਿਹੜਾ 2 ਨੰਬਰ ਹੈ ਇਹ ਸਭ ਤੋਂ ਹਾਈਐਸਟ ਪ੍ਰਾਇੋਰਟੀ ਹੈ। ਆਪਾਂ ਸਭ ਤੋਂ ਪਹਿਲਾਂ ਕੀ ਕਰਾਂਗੇ, ਇਹਦਾ ਕੰਮ ਕਰਾਂਗੇ, ਉਸ ਤੋਂ ਬਾਅਦ ਕੀ ਕਰਾਂਗੇ 6 ਨੰਬਰ ਵਾਲੇ ਦਾ ਕੰਮ ਕਰਾਂਗੇ, 7 ਦਾ, ਫਿਰ 10 ਦਾ, ਫਿਰ 11 ਦਾ। ਤਾਂ ਪ੍ਰਾਇੋਰਟੀ ਦੇ ਉੱਪਰ ਕੰਮ ਕਰਦਾ, ਇਹਨੂੰ ਫਸਟ ਇਨ ਫਸਟ ਆਊਟ ਦੇ ਉੱਪਰ ਕੰਮ ਨਹੀਂ ਕਰਦਾ, ਫਸਟ ਇਨ ਫਸਟ ਆਊਟ ਦੇ ਉੱਪਰ ਕੰਮ ਨਹੀਂ ਕਰਦਾ। ਹਾਂ ਤੁਸੀਂ ਕਹੋਗੇ ਸਰ ਕਿ ਮੰਨ ਲਓ ਇਹਦੀ ਵੀ 2 ਪ੍ਰਾਇੋਰਟੀ ਹੈ, ਇਹਦੀ ਵੀ 2 ਪ੍ਰਾਇੋਰਟੀ ਹੈ, ਹੁਣ ਕਿਹਨੂੰ ਕਰੂਗਾ, ਹੁਣ ਫਸਟ ਇਨ ਫਸਟ ਆਊਟ ਤੇ ਕਰੂਗਾ। ਜਦੋਂ 2 ਚੀਜ਼ਾਂ ਦੀ ਸੇਮ ਪ੍ਰਾਇੋਰਟੀ ਹੋ ਜਾਊਗੀ, ਜਿਹੜਾ ਪਹਿਲਾਂ ਆ ਰਿਹਾ ਉਹਨੂੰ ਪਹਿਲਾਂ ਕਰ ਦੂਗਾ, ਜਿਹੜਾ ਬਾਅਦ ਚ ਆ ਰਿਹਾ ਉਹਨੂੰ ਬਾਅਦ ਚ ਕਰੂਗਾ। ਇਹ ਵੀ ਕੁਐਸਚਨ ਪੁੱਛਿਆ ਜਾਂਦਾ ਹੁੰਦਾ ਕਿ ਇਨ ਦਾ ਪ੍ਰਾਇੋਰਟੀ ਕਿਊ the elements have a same priority, ਤਾਂ ਸੇਮ ਪ੍ਰਾਇੋਰਟੀ ਹੋਊਗੀ ਤਾਂ ਫਿਰ ਕੰਮ ਕਰੂਗਾ ਫਸਟ ਇਨ ਫਸਟ ਆਊਟ ਦੇ ਉੱਪਰ ਕੰਮ ਕਰੂਗਾ। ਓਕੇ ਹੈ ਜੀ। ਤਾਂ ਪ੍ਰਾਇੋਰਟੀ ਰਾਜੇ ਹਾਈਐਸਟ ਵੀ ਹੋ ਸਕਦੀ ਹੈ, ਲੋਐਸਟ ਵੀ ਹੋ ਸਕਦੀ ਹੈ, ਇਨਕਰੀਜ਼ਿੰਗ ਆਰਡਰ 'ਚ ਵੀ ਹੁੰਦੀ ਹੈ, ਡਿਕਰੀਜ਼ਿੰਗ ਆਰਡਰ 'ਚ ਵੀ ਹੁੰਦੀ ਹੈ। ਕਿ ਮੰਨ ਲਓ ਜਿਵੇਂ ਛੋਟਾ ਨੰਬਰ ਹੈ ਤਾਂ ਉਹਦੀ ਪ੍ਰਾਇੋਰਟੀ ਵੱਧ ਹੈ, ਫਿਰ ਅਗਲਾ ਨੰਬਰ ਆ ਗਿਆ ਇਹਦੀ ਪ੍ਰਾਇੋਰਟੀ ਘੱਟ ਹੈ, ਇਹਦੀ ਪ੍ਰਾਇੋਰਟੀ ਘੱਟ ਹੈ। ਕਈ ਵਾਰੀ ਉਲਟ ਹੁੰਦਾ ਕਿ ਇਹਦੀ ਪ੍ਰਾਇੋਰਟੀ ਸਭ ਤੋਂ ਵੱਧ ਹੈ, ਇਹਦੀ ਉਸ ਤੋਂ ਘੱਟ ਹੈ, ਇਹਦੀ ਉਸ ਤੋਂ ਘੱਟ ਹੈ। ਤਾਂ ਆਪਾਂ ਦੇਖੋ ਇਹ ਨੰਬਰਿੰਗ ਆਪਾਂ ਇਨਕਰੀਜ਼ਿੰਗ ਆਰਡਰ 'ਚ ਵੀ ਕਰ ਸਕਦੇ ਹਾਂ, ਡਿਕਰੀਜ਼ਿੰਗ ਆਰਡਰ 'ਚ ਵੀ ਕਰ ਸਕਦੇ ਹਾਂ। ਇਹ ਡਿਪੈਂਡ ਕਰਦਾ ਯੂਜ਼ਰ ਦੇ ਉੱਪਰ। ਓਕੇ ਹੈ ਜੀ, ਆਈ ਹੋਪ ਤੁਹਾਨੂੰ ਕਿਊ ਸਾਰਾ ਕਲੀਅਰ ਹੋ ਗਿਆ ਹੋਊਗਾ। ਅਗਲਾ ਡਾਟਾ ਸਟਰਕਚਰ ਕਰਦੇ ਹਾਂ ਰਾਜੇ ਲਿੰਕ ਲਿਸਟ। ਮੋਸਟ ਇੰਪੋਰਟੈਂਟ ਹੈ, ਲੀਨੀਅਰ ਡਾਟਾ ਸਟਰਕਚਰ ਹੈ ਬਟ ਇਹ ਕੀ ਹੈ, ਡਾਇਨਾਮਿਕ ਹੈ। ਹੁਣ ਮੈਂ ਵਰਡ ਡਾਇਨਾਮਿਕ ਕਈ ਵਾਰੀ ਯੂਜ਼ ਕੀਤਾ, ਤੁਹਾਨੂੰ ਸਮਝ ਵੀ ਆ ਗਿਆ ਹੋਊਗਾ ਡਾਇਨਾਮਿਕ ਦਾ ਮਤਲਬ ਕੀ ਹੈ। ਜਿੰਨੇ ਵੀ ਆਪਾਂ ਹੁਣ ਪੜ੍ਹ ਕੇ ਆਏ ਆ, ਚਾਹੇ ਆਪਾਂ ਐਰੇ ਪੜ੍ਹਿਆ, ਚਾਹੇ ਆਪਾਂ ਕਿਊ ਪੜ੍ਹਿਆ, ਚਾਹੇ ਆਪਾਂ ਸਟੈਕ ਪੜ੍ਹਿਆ ਰਾਜੇ, ਉਹ ਸਾਰੇ ਕੀ ਸੀਗੇ, ਸਟੈਟਿਕ ਸੀਗੇ। ਸਟੈਟਿਕ ਕਿਉਂ ਸੀਗੇ, ਮੰਨ ਲਓ ਮੈਂ ਕੋਈ ਵੀ ਜਿਵੇਂ ਮੰਨ ਲਓ ਕਿਊ ਲੈਣਾ, ਮੈਂ ਉਹਦਾ ਸਾਈਜ਼ ਕੀ ਕਰਦਾ ਸੀ, ਪਹਿਲਾਂ ਹੀ ਡਿਕਲੇਅਰ ਕਰ ਦਿੰਦਾ ਸੀ ਕਿ ਇਹਦਾ ਸਾਈਜ਼ ਕੀ ਹੈ, ਮੈਕਸਿਮਮ 4 ਹੈ, ਇਹਦਾ ਸਾਈਜ਼ ਕੀ ਹੈ, ਮੈਕਸਿਮਮ 4 ਹੈ। ਜਾਂ ਮੈਂ ਐਰੇ ਲੈਂਦਾ ਸੀ, ਉਹਦਾ ਸਾਈਜ਼ ਵੀ ਮੈਂ ਪਹਿਲਾਂ ਡਿਕਲੇਅਰ ਕਰ ਦਿੰਦਾ ਸੀ 4। ਜਾਂ ਮੈਂ ਸਟੈਕ ਲੈਂਦਾ ਸੀ, ਉਹਦਾ ਵੀ ਸਾਈਜ਼ ਪਹਿਲਾਂ ਡਿਕਲੇਅਰ ਕਰ ਦਿੰਦਾ ਸੀਗਾ 4। ਬਟ ਹੁਣ ਕਈ ਵਾਰੀ ਲੋੜ ਪੈਂਦੀ ਹੈ ਵੀ ਆਪਾਂ 4 ਦੀ ਜਗ੍ਹਾ ਤੇ 3 ਵੀ ਯੂਜ਼ ਕਰ ਸਕਦੇ ਹਾਂ, 4 ਦੀ ਜਗ੍ਹਾ ਤੇ 5 ਵੀ ਯੂਜ਼ ਕਰ ਸਕਦੇ ਹਾਂ। ਤਾਂ ਇਹ ਫਲੈਕਸੀਬਿਲਿਟੀ ਹੁੰਦੀ ਹੈ, ਇਹਨੂੰ ਕਹਿ ਦਿੰਦੇ ਆ ਰਨ ਟਾਈਮ ਤੇ ਮੈਮਰੀ ਦੇਣਾ। ਰਨ ਟਾਈਮ ਤੇ ਮੈਮਰੀ ਦੇਣ ਨੂੰ ਕਹਿ ਦਿੰਦੇ ਆ ਡਾਇਨਾਮਿਕ ਐਲੋਕੇਸ਼ਨ ਕਹਿ ਦਿੰਦੇ ਆ। ਤਾਂ ਡਾਇਨਾਮਿਕ ਕੌਣ ਹੈ ਰਾਜੇ, ਲਿੰਕ ਲਿਸਟ ਹੈ। ਤੇ ਦੂਸਰਾ ਸਭ ਤੋਂ ਵੱਡਾ ਡਿਫਰੈਂਸ ਕੀ ਹੈ ਦੋਨਾਂ ਦੇ ਵਿਚਕਾਰ,
ਜਿਹੜਾ ਐਰੇ ਹੈਗਾ ਤੁਹਾਡਾ ਜਾਂ ਫਿਰ ਕਿਊ ਹੈ ਜਾਂ ਸਟੈਕ ਹੈ, ਉਹਦੇ ਵਿੱਚ ਜਿਹੜੇ ਐਲੀਮੈਂਟ ਸਟੋਰ ਹੁੰਦੇ ਹਮੇਸ਼ਾ ਕੰਟੀਨਿਊਸ ਮੈਮਰੀ ਦੇ ਵਿੱਚ ਹੁੰਦੇ ਆ। ਕਿ ਮੰਨ ਲਓ ਇਹਦਾ ਐਡਰੈਸ ਸੀਗਾ 2002, ਇਹਦਾ ਹੋਊਗਾ ਜੀ 2004, ਇਹਦਾ 2006, ਮਤਲਬ ਕੰਟੀਨਿਊਸਲੀ ਦੇ ਵਿੱਚ ਹੋਣਗੇ। ਬਟ ਲਿੰਕ ਲਿਸਟ ਦੇ ਵਿੱਚ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਗੀ, ਆਪਾਂ ਕਿਤੇ ਵੀ ਜਿੱਥੇ ਵੀ ਇਹਨੂੰ ਫ੍ਰੀ ਸਪੇਸ ਮਿਲ ਜਾਂਦਾ ਮੈਮਰੀ ਦੇ ਵਿੱਚ ਉਹ ਸੇਵ ਹੋ ਜਾਂਦੀ ਹੈ। ਇਹ ਜ਼ਰੂਰੀ ਨਹੀਂ ਮੰਨ ਲਓ ਜਿਵੇਂ ਆ ਨੋਡ ਫਸਟ ਨੋਡ ਹੈ, ਸੈਕਿੰਡ ਨੋਡ ਹੈ, ਥਰਡ ਨੋਡ ਹੈ, ਇਹ ਕਿਤੇ ਵੀ ਸਟੋਰ ਹੋ ਸਕਦੀ ਹੈ, ਇਹਨੂੰ ਕੋਈ ਵੀ ਲੈਣਾ ਦੇਣਾ ਨਹੀਂ ਹੈਗਾ ਵੀ ਇਕੱਠੀਆਂ ਸਟੋਰ ਹੋਣੀਆਂ। ਓਕੇ ਜੀ, ਇਹ ਯਾਦ ਰੱਖਿਓ। ਹੁਣ ਲਿੰਕ ਲਿਸਟ ਦੇ ਵਿੱਚ ਕੀ ਹੁੰਦਾ ਰਾਜੇ, ਨੋਡਸ ਹੁੰਦੀਆਂ ਨੇ, ਇਹਨੂੰ ਕੀ ਬੋਲਦੇ ਆ ਆਪਾਂ, ਨੋਡ ਬੋਲਦੇ ਆ। ਤੇ ਨੋਡ ਦੇ ਕਿੰਨੇ ਪਾਰਟ ਹੁੰਦੇ ਆ, ਦੋ ਪਾਰਟ ਹੁੰਦੇ ਆ, ਫਸਟ ਪਾਰਟ ਤੇ ਸੈਕਿੰਡ ਪਾਰਟ। ਠੀਕ ਹੈ, ਪਹਿਲੇ ਪਾਰਟ ਦੇ ਵਿੱਚ ਕੀ ਹੁੰਦਾ, ਡਾਟਾ ਹੁੰਦਾ, ਦੂਜੇ ਦੇ ਵਿੱਚ ਕੀ ਹੁੰਦਾ, ਐਡਰੈਸ ਹੁੰਦਾ ਜਾਂ ਆਪਾਂ ਲਿੰਕ ਕਹਿ ਦਿੰਦੇ ਆ। ਠੀਕ ਹੈ ਜੀ, ਤਾਂ ਯਾਦ ਰੱਖਿਓ, ਕਹਿੰਦਾ ਲਿੰਕ ਲਿਸਟ ਇਜ਼ ਏ ਕਹਿੰਦਾ ਕਲੈਕਸ਼ਨ ਆਫ ਦਾ ਨੋਡਸ। ਤਾਂ ਨੋਡ ਦੇ ਵਿੱਚ ਕੀ ਹੋਊਗਾ ਰਾਜੇ, ਦੋ ਪਾਰਟ ਹੋਣਗੇ, ਪਹਿਲੇ ਪਾਰਟ ਦੇ ਵਿੱਚ ਡਾਟਾ ਪਾਰਟ ਹੋਊਗਾ, ਸੈਕਿੰਡ ਪਾਰਟ ਦੇ ਵਿੱਚ ਕੀ ਹੋਊਗਾ, ਐਡਰੈਸ ਪਾਰਟ ਕਹਿ ਲਓ, ਲਿੰਕ ਪਾਰਟ ਕਹਿ ਲਓ। ਠੀਕ ਹੈ ਜੀ, ਇੱਕ ਇਹਦਾ ਹੈਡ ਹੁੰਦਾ, ਹੈਡ ਕਹਿ ਲਓ, ਸਟਾਰਟ ਕਹਿ ਲਓ। ਇੱਕ ਤਾਂ ਹੈਡ ਹੁੰਦਾ ਜਾਂ ਸਟਾਰਟਿੰਗ ਪੁਆਇੰਟ ਹੁੰਦਾ, ਤੇ ਲਾਸਟ ਤੇ ਕੀ ਹੁੰਦਾ ਰਾਜੇ, ਨਲ। ਨਲ ਕੀ ਦੱਸਦਾ ਕਿ ਇੱਥੇ ਲਿੰਕ ਲਿਸਟ ਕੀ ਹੋ ਰਹੀ ਹੈ, ਐਂਡ ਹੋ ਰਹੀ ਹੈ। ਓਕੇ ਹੈ ਜੀ, ਕਲੀਅਰ ਹੋ ਗਿਆ ਲਿੰਕ ਲਿਸਟ ਬਾਰੇ। ਹੁਣ ਲਿੰਕ ਲਿਸਟ ਦੀਆਂ ਵੀ ਕਾਫੀ ਸਾਰੀਆਂ ਟਾਈਪਸ ਹੁੰਦੀਆਂ ਨੇ ਰਾਜੇ, ਸਿੰਗਲ ਲਿੰਕ ਲਿਸਟ ਹੁੰਦੀ ਹੈ, ਡਬਲ ਲਿੰਕ ਲਿਸਟ ਹੁੰਦੀ ਹੈ, ਸਰਕੂਲਰ ਵੀ ਹੁੰਦੀ ਹੈ, ਡਬਲ ਸਰਕੂਲਰ ਲਿੰਕ ਲਿਸਟ ਵੀ ਹੁੰਦੀ ਹੈ। ਠੀਕ ਹੈ ਜੀ, ਇਹ ਕਾਫੀ ਸਾਰੀਆਂ ਦੀਆਂ ਹੁੰਦੀਆਂ ਨੇ। ਅਗਰ ਆਪਾਂ ਸਿੰਗਲ ਦੀ ਗੱਲ ਕਰੀਏ, ਆਪਾਂ ਸਿੰਗਲ ਪੜ੍ਹ ਕੇ ਆਏ ਆ, ਦੇਖੋ ਆ ਹੈਡ ਹੈ, ਆ ਨੋਡ ਹੈ, ਨੋਡ ਦੇ ਵਿੱਚ ਕੀ ਹੋਊਗਾ, ਡਾਟਾ ਹੋਊਗਾ, ਤੇ ਨੈਕਸਟ ਨੋਡ ਦਾ ਐਡਰੈਸ ਹੋਊਗਾ, ਇਹ 'ਚ ਵੀ ਡਾਟਾ ਹੋਊਗਾ, ਨੈਕਸਟ ਨੋਡ ਦਾ ਐਡਰੈਸ ਹੋਊਗਾ, ਇਹ 'ਚ ਡਾਟਾ ਹੋਊਗਾ। ਅਗਰ ਐਂਡ ਦੇ ਵਿੱਚ ਨਲ ਆ ਗਿਆ, ਨਲ ਦਾ ਮਤਲਬ ਕੀ ਹੁੰਦਾ, ਜ਼ੀਰੋ। ਜਦੋਂ ਜ਼ੀਰੋ ਆ ਗਿਆ ਆਪਾਂ ਨੂੰ ਕੀ ਪਤਾ ਲੱਗ ਜਾਊਗਾ ਕਿ ਇੱਥੇ ਲਿੰਕ ਲਿਸਟ ਕੀ ਹੋ ਰਹੀ ਹੈ, ਐਂਡ ਹੋ ਰਹੀ ਹੈ, ਖਤਮ ਹੋ ਰਹੀ ਹੈ। ਓਕੇ ਹੈ ਜੀ, ਇਹ ਐਗਜ਼ਾਮਪਲ ਹੈਗੀ ਹੈ ਸਿੰਗਲ ਲਿੰਕ ਲਿਸਟ ਦੀ। ਇਹਦੇ ਵਿੱਚ ਆਪਾਂ ਇੰਸਰਸ਼ਨ ਵੀ ਕਰ ਸਕਦੇ ਹਾਂ, ਡਿਲੀਸ਼ਨ ਵੀ ਕਰ ਸਕਦੇ ਹਾਂ। ਠੀਕ ਹੈ, ਐਟ ਦੀ ਐਂਡ ਵੀ ਕਰ ਸਕਦੇ ਹਾਂ, ਐਟ ਦੀ ਲੋਕੇਸ਼ਨ ਵੀ ਕਰ ਸਕਦੇ ਹਾਂ। ਚਲੋ ਬਹੁਤ ਕੁਝ ਹੁੰਦਾ ਹੈ। ਫਿਲਹਾਲ ਦੀ ਘੜੀ ਆਪਾਂ ਜ਼ਿਆਦਾ ਡਿਟੇਲ 'ਚ ਨਹੀਂ ਜਾਂਦੇ, ਆਪਾਂ ਨੂੰ ਬਸ ਪਤਾ ਹੋਣਾ ਚਾਹੀਦਾ ਕਿ ਸਿੰਗਲ ਲਿੰਕ ਲਿਸਟ ਕੀ ਹੁੰਦੀ ਹੈ। ਅੱਗੇ ਗੱਲ ਕਰਦੇ ਹਾਂ ਜੀ ਡਬਲ ਲਿੰਕ ਲਿਸਟ। ਹੁਣ ਜਿਵੇਂ ਆਪਾਂ ਡਬਲ ਐਂਡਡ ਕਿਊ ਪੜ੍ਹ ਕੇ ਆਏ ਆ ਰਾਜੇ, ਉਵੇਂ ਡਬਲ ਲਿੰਕ ਲਿਸਟ ਹੁੰਦੀ ਹੈ। ਡਬਲ ਲਿੰਕ ਲਿਸਟ ਦੇ ਵਿੱਚ ਕੀ ਹੁੰਦਾ ਤੁਹਾਨੂੰ ਮੈਂ ਦੱਸ ਦਿੰਦਾ। ਇਹ ਆਪਾਂ ਦੋਵਾਂ ਤਰਫ ਚੱਲ ਸਕਦੀ ਹੈ, ਲੈਫਟ ਟੂ ਰਾਈਟ ਵੀ ਜਾਂਦੀ ਹੈ, ਰਾਈਟ ਟੂ ਲੈਫਟ ਵੀ ਜਾਂਦੀ ਹੈ, ਰਾਈਟ ਟੂ ਲੈਫਟ ਵੀ ਜਾਂਦੀ ਹੈ। ਹੁਣ ਮੈਂ ਅਗਰ ਗੱਲ ਕਰਾਂ ਲੈਫਟ ਟੂ ਰਾਈਟ, ਇਹਦੇ ਵਿੱਚ ਕੀ ਸੀਗਾ, ਹੈਡ ਦੇ ਵਿੱਚ ਐਡਰੈਸ ਸੀਗਾ ਪਹਿਲੀ ਨੋਡ ਦਾ, ਪਹਿਲੀ ਨੋਡ ਦਾ ਐਡਰੈਸ ਕੀ ਹੈ 100। ਜਦੋਂ ਮੈਨੂੰ 100 ਐਡਰੈਸ ਮਿਲਿਆ ਤੇ ਮੈਂ ਕਿੱਥੇ ਪਹੁੰਚ ਗਿਆ, ਇੱਥੇ ਪਹੁੰਚ ਗਿਆ। ਹੁਣ ਜਿਹੜੀ ਡਬਲ ਲਿੰਕ ਲਿਸਟ ਹੁੰਦੀ ਉਹਦੇ ਨੋਡ ਦੇ ਤਿੰਨ ਪਾਰਟ ਹੁੰਦੇ ਆ, ਫਸਟ, ਸੈਕਿੰਡ ਤੇ ਥਰਡ। ਜਿਹੜਾ ਸੈਕਿੰਡ ਪਾਰਟ ਹੁੰਦਾ ਉਹਦੇ ਵਿੱਚ ਡਾਟਾ ਹੁੰਦਾ, ਇਹਦੇ ਵਿੱਚ ਨੈਕਸਟ ਨੋਡ ਦਾ ਐਡਰੈਸ ਹੁੰਦਾ, ਇਹਦੇ ਵਿੱਚ ਕੀ ਹੁੰਦਾ, ਬੈਕ ਨੋਡ ਦਾ ਐਡਰੈਸ। ਬਟ ਹੁਣ ਇੱਥੇ ਨਲ ਹੈ, ਤਾਂ ਜੇ ਆਪਾਂ ਉਧਰੋਂ ਰਾਈਟ ਟੂ ਲੈਫਟ ਆਵਾਂਗੇ ਤਾਂ ਇਹ ਕੀ ਹੋ ਜੂਗੀ, ਲਾਸਟ ਨੋਡ ਹੋ ਜੂਗੀ। ਹੁਣ ਜਦੋਂ ਅਗਲਾ ਪਾਰਟ ਦੇਖਿਆ ਇਹਦੇ ਕੀ ਹੈ, ਅਗਲਾ ਐਡਰੈਸ ਕੀ ਹੈ 200। ਮੈਂ ਅੱਗੇ ਚਲਾ ਗਿਆ, ਅੱਗੇ ਗਿਆ ਤਾਂ ਮੈਨੂੰ ਕੀ ਮਿਲ ਗਿਆ, ਡਾਟਾ ਕੀ ਮਿਲ ਗਿਆ 2। ਅਗਲੀ ਨੋਡ ਦਾ ਐਡਰੈਸ ਮਿਲ ਗਿਆ 300, ਤੇ ਮੈਂ 300 ਤੇ ਪਹੁੰਚ ਗਿਆ, ਇੱਥੇ ਡਾਟਾ ਮਿਲ ਗਿਆ, ਇੱਥੇ ਨਲ ਹੋ ਗਿਆ। ਤਾਂ ਕਹਿਣ ਦਾ ਮਤਲਬ ਲੈਫਟ ਟੂ ਰਾਈਟ ਪਹੁੰਚ ਗਏ। ਹੁਣ ਆਪਾਂ ਰਾਈਟ ਟੂ ਲੈਫਟ ਦੀ ਗੱਲ ਕਰਦੇ ਹਾਂ, ਇਹਦੇ ਵਿੱਚ ਡਾਟਾ ਮਿਲ ਗਿਆ 3, ਇਹਦੇ ਵਿੱਚ ਕੀ ਹੈ 200 ਰਿਜ਼ਲਟ ਮਿਲ ਗਿਆ, ਮੈਂ 200 ਚਲਾ ਗਿਆ, ਇੱਥੇ 100 ਮਿਲ ਗਿਆ, 100 ਤੋਂ ਅੱਗੇ ਚਲਾ ਗਿਆ, ਨਲ ਮਿਲ ਗਿਆ। ਤਾਂ ਕਹਿਣ ਦਾ ਮਤਲਬ ਅਗਰ ਮੈਂ ਲੈਫਟ ਟੂ ਰਾਈਟ ਵੀ ਜਾ ਸਕਦਾ, ਰਾਈਟ ਟੂ ਲੈਫਟ ਵੀ ਜਾ ਸਕਦਾ। ਹੁਣ ਤੁਹਾਨੂੰ ਮੈਂ ਇੱਕ ਨਾ ਆਊਟਪੁੱਟ ਕੱਢ ਕੇ ਦਿਖਾ ਦਿੰਦਾ। ਜੇ ਤਾਂ ਮੈਂ ਰਾਜੇ ਲੈਫਟ ਟੂ ਰਾਈਟ ਜਾਊਂਗਾ, ਮੇਰਾ ਆਨਸਰ ਕੀ ਆਊਗਾ, ਦੇਖੋ ਪਹਿਲਾ ਡਾਟਾ ਕੀ ਮਿਲੂਗਾ ਮੈਨੂੰ 1, ਫਿਰ ਡਾਟਾ ਕੀ ਮਿਲੂਗਾ 2, ਫਿਰ ਡਾਟਾ ਕੀ ਮਿਲੂਗਾ 3, ਐਂਡ ਤੇ ਕੀ ਹੋ ਜੂਗੀ, ਨਲ ਮਿਲ ਜੂਗਾ। ਅਗਰ ਮੈਂ ਜਾਵਾਂ ਰਾਈਟ ਟੂ ਲੈਫਟ, ਰਾਈਟ ਟੂ ਲੈਫਟ ਮੇਰਾ ਉਲਟ ਹੋ ਜੂਗਾ। ਬਸ ਡਾਟਾ ਪਹਿਲਾਂ ਕਿਹੜਾ ਮਿਲ ਰਿਹਾ ਮੈਨੂੰ 3 ਮਿਲ ਰਿਹਾ, ਫਿਰ ਕੀ ਮਿਲ ਰਿਹਾ 2, ਫਿਰ ਕੀ ਮਿਲ ਰਿਹਾ 1। ਤਾਂ ਜਿਵੇਂ ਮਰਜ਼ੀ ਮੈਂ ਇਹਨੂੰ ਕੀ ਕਰ ਸਕਦਾ, ਟ੍ਰੈਵਰਸ ਕਰ ਸਕਦਾ, ਲੈਫਟ ਟੂ ਰਾਈਟ ਵੀ, ਰਾਈਟ ਟੂ ਲੈਫਟ ਵੀ। ਬਸ ਇਹਦਾ ਇਹੀ ਫਾਇਦਾ ਹੈ, ਜਿਵੇਂ ਡਬਲ ਐਂਡਡ ਕਿਊ ਦਾ ਫਾਇਦਾ ਸੀਗਾ, ਉਵੇਂ ਇਹਦਾ ਫਾਇਦਾ ਹੈ। ਇਹ ਕਿਉਂ ਯੂਜ਼ ਕਰਦੇ ਆ, ਜਿੱਥੇ ਮੰਨ ਲਓ ਲਾਰਜ ਅਮਾਉਂਟ ਆਫ ਡਾਟਾ ਹੋਊਗਾ, ਮੰਨ ਲਓ 100 ਹੈ, ਜਿਵੇਂ ਮੰਨ ਲਓ ਇਹ 100 ਨੋਡਸ ਨੇ, ਤਾਂ ਮੈਂ ਕੀ ਆ ਲਾਸਟ ਨੋਡ ਨੂੰ ਕੀ ਕਰਨਾ, ਡਾਟਾ ਲੈ ਕੇ ਆਉਣਾ, ਲਾਸਟ ਨੋਡ ਨੂੰ ਸਰਚ ਕਰਨਾ ਡਾਟਾ। ਤਾਂ ਮੈਨੂੰ ਪਹਿਲੀਆਂ 99 ਕਰਨ ਦੀ ਜ਼ਰੂਰਤ ਨਹੀਂ ਹੈਗੀ, ਮੈਂ ਕੀ ਦੂਜੇ ਪਾਸੇ ਕਰੂੰਗਾ ਤਾਂ ਮੈਨੂੰ 100 ਨੋਡ ਕੀ ਮਿਲ ਜੂਗੀ, ਫਸਟ ਨੋਡ ਮਿਲ ਜੂਗੀ। ਤਾਂ ਮੇਰਾ ਟਾਈਮ ਕੀ ਹੋ ਜਾਊਗਾ, ਮੇਰਾ ਟਾਈਮ ਸੇਵ ਹੋ ਜਾਊਗਾ। ਠੀਕ ਹੈ ਜੀ, ਸਮਝ ਗਏ, ਉੱਥੇ ਯੂਜ਼ ਹੁੰਦੀ ਹੈ ਡਬਲ ਐਂਡਡ ਕਿਊ, ਡਬਲ ਐਂਡਡ ਲਿੰਕ ਲਿਸਟ। ਅੱਗੇ ਆ ਗਿਆ ਜੀ ਸਰਕੂਲਰ ਲਿੰਕ ਲਿਸਟ ਰਾਜੇ। ਸਰਕੂਲਰ ਲਿੰਕ ਲਿਸਟ ਸੇਮ ਜਿਵੇਂ ਸਰਕੂਲਰ ਆਪਾਂ ਕਿਊ ਦੀ ਗੱਲ ਕੀਤੀ ਹੈ ਕਿ ਜਿਹੜਾ ਲਾਸਟ ਨੋਡ ਹੈ ਉਹਦੇ ਵਿੱਚ ਨਲ ਨਹੀਂ ਹੁੰਦਾਗਾ। ਲਾਸਟ ਨੋਡ ਦੇ ਵਿੱਚ ਨਲ ਦੀ ਬਜਾਏ ਕੀ ਹੋ ਜਾਊਗਾ, ਐਡਰੈਸ ਆਫ ਫਸਟ ਨੋਡ। ਤਾਂ ਫਸਟ ਨੋਡ ਦਾ ਐਡਰੈਸ ਹੋ ਜਾਊਗਾ ਤਾਂ ਕੀ ਬਣ ਜਾਊਗਾ, ਉਹ ਫਸਟ ਨੋਡ ਨੂੰ ਕਰੀ ਜਾਊਗਾ ਰਿਪਰੈਜ਼ੈਂਟ। ਇਹ ਫਿਰ ਨੈਕਸਟ ਨੂੰ ਕਰੂਗਾ, ਨੈਕਸਟ ਨੂੰ ਕਰੂਗਾ, ਲਾਸਟ ਜਾ ਕੇ ਫਿਰ ਫਸਟ ਨੂੰ ਕਰੂਗਾ। ਤਾਂ ਕੀ ਬਣ ਜੂਗੀ ਰਾਜੇ, ਇੱਕ ਤਰ੍ਹਾਂ ਦੀ ਸਰਕੂਲਰ ਲਿੰਕ ਲਿਸਟ ਬਣ ਜੂਗੀ। ਆ ਦੇਖੋ ਪਹਿਲੀ ਦੇ ਵਿੱਚ ਕੀ ਆ 100 ਐਡਰੈਸ, ਆਪਾਂ ਇੱਥੇ ਪਹੁੰਚ ਗਏ। ਇਹ ਚ ਕੀ ਆ 200 ਐਡਰੈਸ, ਆਪਾਂ ਇੱਥੇ ਪਹੁੰਚ ਗਏ। ਇਹ ਚ 300 ਆਪਾਂ ਇੱਥੇ ਪਹੁੰਚ ਗਏ। ਇਹ ਚ ਫਿਰ 100 ਐਡਰੈਸ ਆ ਗਿਆ, ਆਪਾਂ ਫਿਰ ਇੱਥੇ ਵਾਪਸ ਪਹੁੰਚ ਗਏ। ਤਾਂ ਆਪਾਂ ਗੋਲ ਗੋਲ ਘੁੰਮੀ ਜਾਵਾਂਗੇ, ਇਹਨੂੰ ਕਹਿ ਦਾਂਗੇ ਸਰਕੂਲਰ ਲਿੰਕ ਲਿਸਟ ਕਹਿ ਦਾਂਗੇ। ਸੇਮ ਵੇ ਦੇ ਨਾਲ ਡਬਲੀ ਸਰਕੂਲਰ ਲਿੰਕ ਲਿਸਟ ਕੀ ਹੋਊਗੀ, ਲਾਸਟ ਨੋਡ ਦੇ ਵਿੱਚ ਪਹਿਲੀ ਦਾ ਐਡਰੈਸ ਹੋਊਗਾ, ਤੇ ਪਹਿਲੀ ਦੇ ਵਿੱਚ ਕੀ ਹੋਊਗਾ, ਠੀਕ ਹੈ ਜੀ, ਅਗਲੀ ਦਾ ਨੋਡ ਦਾ ਐਡਰੈਸ ਹੋਊਗਾ, ਤੇ ਆਪਾਂ ਘੁੰਮੀ ਜਾਵਾਂਗੇ। ਡਬਲ ਐਂਡਡ ਸਰਕੂਲਰ ਲਿੰਕ ਲਿਸਟ ਇਹਨੂੰ ਆਪਾਂ ਕਹਿ ਦਾਂਗੇ। ਠੀਕ ਹੈ, ਬਸ ਨਾਮ ਯਾਦ ਰੱਖ ਲਿਓ, ਕਈ ਵਾਰ ਪੇਪਰ 'ਚ ਪੁੱਛੇ ਜਾ ਸਕਦੇ ਆ।
ਹੁਣ ਆਪਾਂ ਦੇਖੋ ਜੀ ਡਾਟਾ ਸਟਰਕਚਰ ਸਾਰਾ ਕਰ ਲਿਆ, ਬਸ ਨॉन ਲੀਨੀਅਰ ਰਹਿ ਗਿਆ ਆਪਣਾ ਟਰੀ ਨਹੀਂ ਕਰ ਰਿਹਾ ਆਪਾਂ। ਟਰੀ ਜ਼ਰੂਰ ਪੜਾਂਗੇ, ਅਗਲੀ ਜਿਹੜੀ ਲਾਸਟ ਵੀਡੀਓ ਆਊਗੀ ਉਹ 'ਚ ਆਪਾਂ ਸੌਰਟਿੰਗ ਐਂਡ ਟਰੀ ਕਰਾਂਗੇ, ਫਿਰ ਡਾਟਾ ਸਟਰਕਚਰ ਆਪਣਾ ਖਤਮ ਹੋ ਜਾਊਗਾ। ਅੱਜ ਮੈਂ ਕਰਾਉਣ ਜਾ ਰਿਹਾ ਸਰਚਿੰਗ ਰਾਜੇ। ਸਰਚਿੰਗ ਦੇ ਵਿੱਚ ਦੋ ਐਲਗੋਰਿਥਮ ਬਹੁਤ ਯੂਜ਼ ਹੁੰਦੇ ਆ, ਦੋ ਟੈਕਨੀਕਸ ਬਹੁਤ ਯੂਜ਼ ਹੁੰਦੀਆਂ, ਇੱਕ ਤਾਂ ਲੀਨੀਅਰ, ਇੱਕ ਬਾਈਨਰੀ ਸਰਚ। ਹੁਣ ਦੇਖੋ ਨਾਮ ਤੋਂ ਕਲੀਅਰ, ਲੀਨੀਅਰ ਦਾ ਮਤਲਬ ਕੀ ਹੁੰਦਾ ਰਾਜਾ, ਕੋਈ ਸੀਕੁਐਂਸ ਫੋਲੋ ਕਰਦੇ ਆ। ਮੰਨ ਲਓ ਆ 1 ਹੈ, ਆ 2 ਹੈ, 3 ਹੈ, ਇਹ ਲੀਨੀਅਰ ਹੈ ਕਿ 1 ਤੋਂ ਬਾਅਦ 2 ਆਊਗਾ, 2 ਤੋਂ ਬਾਅਦ ਕੀ ਆਊਗਾ, 3 ਆਊਗਾ। ਤਾਂ ਲੀਨੀਅਰ ਜਿਹੜੀ ਸਰਚ ਹੁੰਦੀ ਹੈ ਰਾਜੇ, ਇੱਕ ਤਾਂ ਬਹੁਤ ਸੌਖੀ ਹੁੰਦੀ ਹੈ, ਇੱਕ ਇਹ ਕੰਮ ਕਰਦੀ ਹੈ ਅਨਸੌਰਟਡ ਲਿੰਕ ਲਿਸਟ ਦੇ ਉੱਪਰ। ਲਿੰਕ ਲਿਸਟ ਕਹਿ ਲਓ, ਸੌਰੀ ਡਾਟਾ ਕਹਿ ਲਓ, ਲਿਸਟ ਕਹਿ ਲਓ, ਅਨਸੌਰਟਡ। ਠੀਕ ਹੈ, ਅਨਸੌਰਟਡ ਦਾ ਮਤਲਬ ਕੀ ਹੁੰਦਾ ਹੈ ਕਿ ਮੰਨ ਲਓ ਮੇਰੇ ਕੋਲ ਇੱਕ ਡਾਟਾ ਪਿਆ 99, ਫਿਰ 2 ਆ ਗਿਆ, ਫਿਰ 100 ਆ ਗਿਆ, ਫਿਰ 5 ਆ ਗਿਆ, ਫਿਰ 7 ਆ ਗਿਆ, ਮਤਲਬ ਕਿ ਅਨਸੌਰਟਡ ਹੈ। ਇਹਦੇ ਉੱਪਰ ਮੈਂ ਕੀ ਕਰ ਸਕਦਾ, ਕੋਈ ਸਰਚਿੰਗ ਕਰ ਸਕਦਾ। ਹੁਣ ਤੁਹਾਨੂੰ ਮੈਂ ਕਰਕੇ ਦਿਖਾਉਣਾ ਸਰਚਿੰਗ ਹੁੰਦੀ ਕਿਵੇਂ ਆ। ਆ ਦੇਖੋ, ਮੰਨ ਲਓ ਆ ਦੇਖੋ 33 ਮੈਂ ਸਰਚ ਕਰਨਾ ਸੀ, ਜਿੱਥੇ ਮੈਚ ਕਰ ਗਿਆ ਉੱਥੇ ਰੁਕ ਜਾਊਗਾ। ਇਹਦਾ ਮਤਲਬ ਕੀ ਹੈ ਕਿ ਜਿਹੜੀ ਲੀਨੀਅਰ ਸਰਚ ਹੈਗੀ ਹੈ ਉਹ ਹਮੇਸ਼ਾ ਕੀ ਕਰਦੀ ਹੈ, ਕੱਲੇ ਨਾਲ ਮੈਚ ਕਰਦੀ। ਪਹਿਲਾਂ ਇਹਦੇ ਨਾਲ ਮੈਚ ਕਰੂਗੀ, ਫਿਰ ਇਹਦੇ ਨਾਲ ਮੈਚ ਕਰੂਗੀ, ਫਿਰ ਇਹਦੇ ਨਾਲ ਮੈਚ ਕਰੂਗੀ, ਫਿਰ ਇਹਦੇ ਨਾਲ ਮੈਚ ਕਰੂਗੀ, ਇਹਦੇ ਨਾਲ ਮੈਚ ਕਰੂਗੀ, ਜਿੰਨ ਤੱਕ ਉਹਨੂੰ ਮੈਚਿੰਗ ਨਹੀਂ ਮਿਲਦੀ। ਜਿੱਥੇ ਮੈਚਿੰਗ ਮਿਲ ਗਈ ਉੱਥੇ ਰੁਕ ਜੂਗੀ, ਤੇ ਜਿੱਥੇ ਮਿਲ ਗਈ ਉਹਦਾ ਐਡਰੈਸ ਕੀ ਕਰ ਦੂਗੀ, ਆਪਾਂ ਨੂੰ ਡਿਸਪਲੇ ਕਰ ਦੂਗੀ। ਹੁਣ ਦੇਖੋ ਜਿਵੇਂ ਐਗਜ਼ਾਮਪਲ ਦੇ ਵਿੱਚ ਮੈਂ 33 ਲੱਭਣਾ, ਉਹਨੇ 10 ਨਾਲ ਕੰਪੈਰੀਜ਼ਨ ਕੀਤਾ, 14 ਨਾਲ ਕੀਤਾ, 19 ਨਾਲ ਕੀਤਾ, 26 ਨਾਲ ਕੀਤਾ, 27 ਨਾਲ ਕੀਤਾ, 31 ਨਾਲ ਕੀਤਾ, 33। ਜਦੋਂ 33 ਮਿਲ ਗਿਆ ਉੱਥੇ ਕੀ ਕਰ ਗਈ, ਸਟਾਪ ਕਰ ਗਈ। ਗ੍ਰੀਨ ਆ ਗਿਆ ਨਾ ਆਪਣੇ ਕੋਲੇ, ਉਹ ਅੱਗੇ ਨਹੀਂ ਜਾ ਰਹੀ ਕਿਉਂਕਿ ਆਪਾਂ ਨੂੰ ਕੀ ਮਿਲ ਗਿਆ, ਡਾਟਾ ਮਿਲ ਗਿਆ। ਸਮਝ ਗਏ, ਇਹ ਹੁੰਦਾ ਜੀ ਲੀਨੀਅਰ ਸਰਚ। 1 ਬਾਈ 1 ਆਪਾਂ ਕੀ ਕਰਦੇ ਆ, ਐਲੀਮੈਂਟ ਨਾਲ ਕੀ ਕਰਦੇ ਆ, ਕੰਪੈਰੀਜ਼ਨ ਕਰਦੇ ਆ। ਜਿੱਥੇ ਕੰਪੈਰੀਜ਼ਨ ਮੈਚ ਕਰ ਜੂਗਾ ਆਪਣੇ ਕੀ ਆ ਜੂਗਾ, ਆਨਸਰ ਆ ਜੂਗਾ। ਬਿਲਕੁਲ ਸੌਖੀ ਹੁੰਦੀ ਹੈ ਤੇ ਲੀਨੀਅਰ ਹੁੰਦੀ ਹੈ। ਉਸ ਤੋਂ ਬਾਅਦ ਤੀਜੀ ਗੱਲ ਯਾਦ ਰੱਖਣੀ ਹੈ, ਇਹ ਅਨਸੌਰਟਡ ਲਿਸਟ ਦੇ ਉੱਪਰ ਕੰਮ ਕਰਦੀ ਹੈ। ਠੀਕ ਹੈ, ਅਨਸੌਰਟਡ ਵੀ ਕਰ ਸਕਦੀ ਹੈ, ਸੌਰਟਡ ਤੇ ਵੀ ਕਰ ਸਕਦੀ ਹੈ, ਅਨਸੌਰਟਡ ਤੇ ਵੀ ਕਰ ਸਕਦੀ ਹੈ, ਇਹ ਆਪਣੀ ਮਰਜ਼ੀ ਹੈ। ਤੇ ਹੁਣ ਕੀ ਹੈ ਰਾਜੇ, ਅੱਗੇ ਲਿਖਿਆ ਹੋਇਆ ਜੀ, ਇਹਦੇ ਫੀਚਰ ਥੋੜੇ ਜਿਹੇ ਪੜ੍ਹ ਲਿਓ। ਕਹਿੰਦਾ ਇਹ ਅਨਸੌਰਟਡ ਦੇ ਉੱਪਰ ਕੰਮ ਕਰਦੀ ਹੈ। ਠੀਕ ਹੈ ਜੀ, ਤੇ ਇਹਦੀ ਕੰਪਲੈਕਸਿਟੀ ਹੁੰਦੀ ਰਾਜੇ O of n। O of n ਦਾ ਮਤਲਬ ਕਿ ਜਿੰਨੇ n ਨੰਬਰ ਆਫ ਐਲੀਮੈਂਟਸ ਹੋਣਗੇ ਉਨੀ ਵੱਧ ਕੀ ਹੁੰਦੀ ਜਾਊਗੀ, ਕੰਪਲੈਕਸ ਹੁੰਦੀ ਜਾਊਗੀ। ਹੁਣ ਮੰਨ ਲਓ ਮੈਂ 5 ਤੇ ਲੱਭਣਾ ਤਾਂ ਸੌਖਾ ਹੈ, ਜਿਵੇਂ 50 ਤੇ ਲੱਭਣਾ ਉਸ ਤੋਂ ਔਖਾ ਹੈ, 100 ਤੇ ਲੱਭਣਾ ਉਸ ਤੋਂ ਔਖਾ ਹੈ, 1000 ਤੇ ਲੱਭਣਾ ਉਸ ਤੋਂ ਔਖਾ ਹੈ। n ਤੇ ਡਿਪੈਂਡ ਕਰਦੀ ਹੈ। ਤੇ ਪਰ ਹੁਣ ਪੇਪਰ ਦੇ ਵਿੱਚ ਨਾ ਇਹਦੀ ਕੰਪਲੈਕਸਿਟੀ ਪੁੱਛਦੇ ਹਮੇਸ਼ਾ, ਤੁਸੀਂ ਯਾਦ ਰੱਖ ਲਿਓ। ਯਾਦ ਰੱਖਣ ਦੀ ਜ਼ਰੂਰਤ ਨਹੀਂ ਹੁੰਦੀ, ਸਮਝਣ ਦੀ ਜ਼ਰੂਰਤ ਹੁੰਦੀ ਹੈ। ਬਟ ਜੇ ਕਿਸੇ ਨੂੰ ਨਾ ਸਮਝ ਆਵੇ ਤਾਂ ਯਾਦ ਵੀ ਰੱਖ ਸਕਦਾ ਹੈ। ਹੁਣ ਬੈਸਟ ਕੇਸ ਕੀ ਹੈ, ਜੇ ਕਹਿੰਦਾ ਮੰਨ ਲਓ ਬੈਸਟ ਕੇਸ ਤੁਹਾਨੂੰ ਮੈਂ ਦੱਸਦਾ। ਮੰਨ ਲਓ ਮੇਰੇ ਕੋਲ ਇੱਕ ਲਿਸਟ ਸੀਗੀ 10, 20, 30 ਤੇ 40। ਮੈਂ ਤੁਹਾਨੂੰ ਕਹਿਤਾ ਕਿ ਮੈਂ ਡਾਟਾ ਕਿਹੜਾ ਸਰਚ ਕਰਨਾ, ਡਾਟਾ ਸਰਚ ਕਰਨਾ 10। ਤੁਸੀਂ ਸਰਚਿੰਗ ਦੇ ਵਿੱਚ ਕੀ ਕਰਦੇ ਆ, 1 ਬਾਈ 1 ਕੀ ਕਰੋਗੇ, ਮੈਚ ਕਰੋਗੇ। ਮੈਂ ਡਾਟਾ ਨੂੰ ਜਦੋਂ ਪਹਿਲੇ ਨਾਲ ਮੈਚ ਕੀਤਾ 10 ਬਰਾਬਰ 10, ਮੈਨੂੰ ਪਹਿਲੇ ਤੇ ਹੀ ਮਿਲ ਗਿਆ, ਪਹਿਲੀ ਪੋਜੀਸ਼ਨ ਤੇ ਕੀ ਮਿਲ ਗਿਆ, ਡਾਟਾ ਮਿਲ ਗਿਆ। ਇਹ ਕੀ ਹੋ ਗਿਆ, ਮੇਰਾ ਬੈਸਟ ਕੇਸ ਹੋ ਗਿਆ। ਇਹ ਕੀ ਹੋ ਗਿਆ, ਮੇਰਾ ਬੈਸਟ ਕੇਸ। ਹੁਣ ਵਰਸਟ ਕੇਸ ਕੀ ਹੈ ਰਾਜੇ, ਵਰਸਟ ਕੇਸ ਦੇ ਵਿੱਚ ਦੋ ਚੀਜ਼ ਹੋ ਸਕਦੀਆਂ ਕਿ ਮੈਂ ਤੁਹਾਨੂੰ ਕਹਾਂ ਡਾਟਾ ਮੈਂ ਲੈਣਾ 40, ਤਾਂ ਤੁਸੀਂ ਕੀ ਕੀਤਾ ਜੀ, 40 ਨੂੰ ਮੈਚ ਕੀਤਾ 10 ਦੇ ਨਾਲ, ਨਹੀਂ ਮਿਲਿਆ। 20 ਦੇ ਨਾਲ ਮੈਚ ਕੀਤਾ, 30 ਦੇ ਨਾਲ ਕੀਤਾ, 40 ਮਿਲ ਗਿਆ, ਮਤਲਬ ਕਿ ਐਂਡ ਤੇ ਜਾ ਕੇ ਮਿਲਿਆ। ਜਾਂ ਮੈਂ ਤੁਹਾਨੂੰ ਕਹਿ ਦਵਾਂ ਡਾਟਾ ਮੈਨੂੰ ਚਾਹੀਦਾ 50, ਤੁਸੀਂ 40 ਤੇ ਗਏ, 40 ਤੋਂ ਅੱਗੇ ਜਾਓਗੇ ਤਾਂ ਡਾਟਾ ਹੈ ਹੀ ਨਹੀਂਗਾ, n+1 ਜਾਓਗੇ ਤਾਂ ਮਤਲਬ ਕਿ ਲਿਸਟ ਦੇ ਵਿੱਚ ਹੈ ਹੀ ਨਹੀਂਗਾ ਡਾਟਾ, ਤਾਂ ਵੀ ਕੀ ਆ ਗਿਆ, ਮੇਰਾ ਵਰਸਟ ਕੇਸ ਆ ਗਿਆ। n ਵੀ ਆ ਸਕਦਾ, n+1 ਵੀ ਆ ਸਕਦਾ। ਇੱਕ ਮੈਂ ਅਗਰ ਮੈਂ ਤੁਹਾਨੂੰ ਕਹਿ ਦਵਾਂ ਮੈਨੂੰ 30 ਲੱਭ ਦਿਓ, ਤਾਂ ਕਹਿਣ ਦਾ ਮਤਲਬ ਸੈਂਟਰ ਜੇ ਚ ਲੱਭ ਗਿਆ, 2 ਐਲੀਮੈਂਟ ਇੱਥੇ ਪਏ ਆ, 2 ਐਲੀਮੈਂਟ ਪਿੱਛੇ ਪਏ ਆ, ਮਤਲਬ 50, ਤਾਂ ਕਹਿਣ ਦਾ ਮਤਲਬ ਵਿਚਕਾਰ ਮਿਲ ਗਿਆ। ਇਹ ਮੇਰਾ ਕੀ ਹੋ ਗਿਆ, ਐਵਰੇਜ ਕੇਸ ਹੋ ਗਿਆ। ਤਾਂ ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ ਰਾਜੇ। ਲੀਨੀਅਰ ਸਰਚ ਬਹੁਤ ਵਧੀਆ ਢੰਗ ਦੇ ਨਾਲ ਹੁੰਦਾ ਕੀ ਹੈ, ਕਿਹੜੀ ਲਿਸਟ ਦੇ ਉੱਪਰ ਕੰਮ ਕਰਦਾ ਤੇ ਇਹਦੀ ਕੰਪਲੈਕਸਿਟੀ ਕੀ ਹੁੰਦੀ ਹੈ, ਇਹ ਵੀ ਯਾਦ ਰੱਖਣਾ। ਅਗਲਾ ਕਰਦੇ ਹਾਂ ਜੀ ਬਾਈਨਰੀ ਸਰਚ, ਮੋਸਟ ਇੰਪੋਰਟੈਂਟ ਸਰਚ ਹੈ ਤੇ ਇੱਥੋਂ ਹੀ ਕੁਐਸਚਨ ਜ਼ਿਆਦਾ ਪੁੱਛੇ ਜਾਂਦੇ ਰਾਜੇ। ਜਿਹੜਾ ਬਾਈਨਰੀ ਸਰਚ ਹੁੰਦਾ ਹੈ, ਸਭ ਤੋਂ ਪਹਿਲੀ ਗੱਲ ਤਾਂ ਇਹ ਯਾਦ ਰੱਖਣੀ ਹੈ, ਹਮੇਸ਼ਾ ਕੀ ਕਰਦਾ ਰਾਜੇ, ਸੌਰਟਡ ਲਿਸਟ ਤੇ ਕੰਮ ਕਰਦਾ, ਅਨਸੌਰਟਡ ਤੇ ਨਹੀਂ ਕਰਦਾ। ਅਨਸੌਰਟਡ ਤੇ ਆ ਕੇ ਫੇਲ ਹੋ ਜਾਂਦਾ, ਹਮੇਸ਼ਾ ਸੌਰਟਡ ਦੇ ਉੱਪਰ ਕੰਮ ਕਰਦਾ। ਤੇ ਕਿਹੜੀ ਟੈਕਨੀਕ ਫੋਲੋ ਕਰਦਾ ਵੀ ਯਾਦ ਰੱਖਣਾ, ਡਿਵਾਈਡ ਐਂਡ ਕਨਕਿਊਰ ਅਪਰੋਚ। ਡਿਵਾਈਡ ਐਂਡ ਕਨਕਿਊਰ ਅਪਰੋਚ ਦੇ ਉੱਪਰ ਕੰਮ ਕਰਦਾ। ਇਹਦਾ ਮਤਲਬ ਕੀ ਹੁੰਦਾ ਕਿ ਇਹ ਲਿਸਟ ਨੂੰ ਹਾਫ ਦੇ ਵਿੱਚੋਂ, ਅੱਧੇ ਦੇ ਵਿੱਚੋਂ ਡਿਵਾਈਡ ਕਰ ਦਊਗਾ। ਹੁਣ ਲੀਨੀਅਰ ਸਰਚ ਦੇ ਵਿੱਚ ਪ੍ਰੋਬਲਮ ਕੀ ਸੀਗੀ ਤੁਹਾਨੂੰ ਮੈਂ ਦੱਸਦਾ। ਮੰਨ ਲਓ ਮੇਰੇ ਕੋਲ ਇੱਕ ਲਿਸਟ ਸੀਗੀ 10, 20, 30, 40, 50, 60, 70, ਮਤਲਬ ਲੰਬੀ ਲਿਸਟ ਸੀਗੀ। ਹੁਣ ਮੈਂ ਮੰਨ ਲਓ ਸਰਚ ਕਰਨਾ, ਮੈਂ ਤੈਨੂੰ ਇੱਥੇ ਕਹਿ ਦਵਾਂ ਮੈਂ ਸਰਚ ਕਰਨਾ, ਮਤਲਬ ਕਿ 60 ਸਰਚ ਕਰਨਾ। ਹੁਣ 60 ਸਰਚ ਕਰਨ ਵਾਸਤੇ ਆਪਾਂ ਨੂੰ ਕੀ ਕਰਨਾ ਸੀਗਾ, 10 ਨਾਲ ਕੰਪੈਰੀਜ਼ਨ ਕਰਦੇ ਸੀ, 20 ਨਾਲ, 30 ਨਾਲ, 40 ਨਾਲ, 50 ਨਾਲ, ਇੰਨੇ ਕੰਪੈਰੀਜ਼ਨ ਕਰਦੇ ਸੀਗੇ। ਬਾਈਨਰੀ ਸਰਚ ਕਹਿੰਦੀ ਇੰਨਾ ਟਾਈਮ ਨਹੀਂ ਹੈਗਾ ਆਪਣੇ ਕੋਲੇ, ਇਦਾਂ ਤਾਂ ਕੰਪਿਊਟਰ ਦੀ ਪਰਫਾਰਮੈਂਸ ਕੀ ਹੋ ਜੂਗੀ, ਸਲੋ ਹੋ ਜੂਗੀ। ਇਹ ਕਹਿੰਦੀ ਆਪਾਂ ਲਿਸਟ ਨੂੰ ਅੱਧਾ ਡਿਵਾਈਡ ਕਰ ਦਿੰਦੇ ਆ, ਮਤਲਬ ਕਿ ਇੱਥੋਂ ਅੱਧੀ ਡਿਵਾਈਡ ਕਰਤੀ। ਜਦੋਂ ਮੈਂ ਇਹ ਕਹਿੰਦੀ ਮਿਡਲ ਕੱਢ ਲਓ ਲਿਸਟ ਦਾ, ਜਦੋਂ ਮਿਡ ਕੱਢ ਲਿਆ, ਮਤਲਬ ਮਿਡ ਕੀ ਕੱਢ ਲਿਆ ਆਪਾਂ, ਮਿਡਲ ਵੈਲਿਊ ਕੀ ਕੱਢ ਲਈ, 40 ਕੱਢ ਲਈ। ਕਹਿੰਦਾ 40 ਨੂੰ ਕੰਪੈਰੀਜ਼ਨ ਕਰ ਲਓ 60 ਨਾਲ, ਜੇ ਇਹਦਾ 40 ਤੋਂ ਛੋਟਾ ਹੈ ਤਾਂ ਮਤਲਬ ਕੀ ਹੋਊਗਾ, ਲੈਫਟ ਸਾਈਡ ਤੇ ਹੋਊਗਾ।
ਜੇ ਵੱਡਾ ਤਾਂ ਕਿੱਥੇ ਹੋਊਗਾ, ਰਾਈਟ ਸਾਈਡ ਤੇ ਹੋਊਗਾ। ਤਾਂ ਕਹਿਣ ਦਾ ਮਤਲਬ ਜਿਹੜੇ ਆਹ ਕੰਪੈਰੀਜ਼ਨ ਆ ਇਹ ਆਪਾਂ ਨੂੰ ਕਰਨ ਦੀ ਜ਼ਰੂਰਤ ਨਹੀਂ ਹੈਗੀ, ਆਪਾਂ ਮਿਡਲ ਕੱਢ ਲਾਂਗੇ। ਮਿਡ ਕੱਢਣ ਤੋਂ ਬਾਅਦ ਚੈੱਕ ਕਰ ਲਾਂਗੇ ਵੀ ਛੋਟਾ ਕਿ ਵੱਡਾ ਹੈ। ਜੇ ਛੋਟਾ ਹੋਊਗਾ ਤਾਂ ਲੈਫਟ ਸਾਈਡ ਹੋਊਗਾ, ਅਦਰਵਾਈਜ਼ ਕਿੱਥੇ ਹੋਊਗਾ, ਰਾਈਟ ਸਾਈਡ ਹੋਊਗਾ। ਤਾਂ ਇਹ ਕਿਹਦੇ ਤੇ ਕੰਮ ਕਰਦਾ, ਡਿਵਾਈਡ ਐਂਡ ਕੰਕਿਊਰ ਅਪਰੋਚ ਦੇ ਉੱਪਰ ਕੰਮ ਕਰਦਾ ਹੈ। ਚਲੋ ਆਪਾਂ ਕੱਢ ਕੇ ਦੇਖਦੇ ਹਾਂ, ਐਗਜ਼ਾਮਪਲ ਦੇ ਨਾਲ ਸਮਝਦੇ ਹਾਂ ਤਾਂ ਜ਼ਿਆਦਾ ਸਮਝ ਆਊਗਾ। ਐਗਜ਼ਾਮਪਲ ਕੀ ਹੈ ਰਾਜੇ, ਮੇਰੇ ਕੋਲ ਇੱਕ ਲਿਸਟ ਪਈ ਹੈ 1 4 7 12 30 34 ਤੇ 89। ਹੁਣ ਆਪਾਂ ਨੂੰ ਕਹਿੰਦਾ ਜੀ ਜਿਹੜੀ ਚੀਜ਼ ਆਪਾਂ ਸਰਚ ਕਰਨੀ ਹੈ, ਕਹਿੰਦਾ ਸਰਚ ਕਰਨ ਵਾਸਤੇ ਆਪਾਂ ਨੂੰ ਕੀ ਕਹਿੰਦਾ ਹੈ, ਆਪਾਂ ਐਲੀਮੈਂਟ ਸਰਚ ਕਰਨਾ ਹੈ 7 7 ਲੱਭਣਾ ਆਪਾਂ ਇਹਦੇ ਵਿੱਚ। ਤੇ ਆਪਾਂ ਕਿਵੇਂ ਲੱਭਣਾ ਹੈ, ਬਾਈਨਰੀ ਸਰਚ ਦੀ ਹੈਲਪ ਦੇ ਨਾਲ। ਹੁਣ ਇੱਕ ਮਿਡ ਕੱਢਣ ਦਾ ਫਾਰਮੂਲਾ ਹੁੰਦਾ, ਉਹ ਯਾਦ ਰੱਖ ਲਿਓ। ਜਿਹੜਾ ਮਿਡਲ ਕੱਢਣ ਦਾ ਫਾਰਮੂਲਾ ਹੁੰਦਾ ਉਹਨੂੰ ਕਹਿੰਦੇ ਮਿਡ, ਤੇ ਆ ਮੋਡੂਲਸ ਲੈ ਲੈਂਦੇ, ਨੈਗੇਟਿਵ ਵੈਲਿਊ ਆਊਗੀ, ਠੀਕ ਹੈ, ਉਹਨੂੰ ਪੋਜ਼ਿਟਿਵ ਹੀ ਲੈਣਾ, ਤੇ ਪੁਆਇੰਟ ਆਊਗਾ ਉਹਨੂੰ ਪੂਰਾ ਪੂਰਾ ਲੈਣਾ। ਜਿਵੇਂ ਇਹਦੇ ਵਿੱਚ ਫਾਰਮੂਲਾ ਹੁੰਦਾ ਬਿਗਨਿੰਗ ਪਲੱਸ ਐਂਡ ਡਿਵਾਈਡ ਬਾਈ 2, ਠੀਕ ਹੈ, ਬਿਗਨਿੰਗ ਕਹਿ ਲਓ, ਐਂਡ ਕਹਿ ਲਓ, ਫਸਟ ਕਹਿ ਲਓ, ਲਾਸਟ ਕਹਿ ਲਓ, ਡਿਵਾਈਡ ਬਾਈ 2। ਹੁਣ ਇਹਦਾ ਬਿਗਨਿੰਗ ਕੀ ਹੈ ਰਾਜੇ, ਇਹਦੀ ਬਿਗਨਿੰਗ ਹੈਗੀ ਆ 1 ਤੇ ਐਂਡ ਕੀ ਹੈਗਾ ਜੀ 7, ਤੇ ਡਿਵਾਈਡ ਬਾਈ 2 ਆਪਾਂ ਕੀ ਕੱਢ ਲਾਂਗੇ, ਮਿਡ ਕੱਢ ਲਾਂਗੇ। ਹੁਣ ਮੈਂ ਕੀਤਾ ਜੀ 1 + 7 ਡਿਵਾਈਡ ਬਾਈ 2, 7 + 1 8 ਕਿੰਨਾ ਹੋ ਗਿਆ, 8 8 ਡਿਵਾਈਡ ਬਾਈ 2 ਕਿੰਨਾ ਹੋ ਗਿਆ, 4। ਪਹਿਲਾਂ ਮੈਂ ਲਿਸਟ ਦਾ ਕੀ ਕੱਢ ਲਿਆ, ਮਿਡ ਕੱਢ ਲਿਆ, ਕਿਉਂਕਿ ਇਹ ਕਿਸ ਤੇ ਕੰਮ ਕਰਦਾ, ਡਿਵਾਈਡ ਐਂਡ ਕੰਕਿਊਰ ਦੇ ਉੱਪਰ ਕੰਮ ਕਰਦਾ। ਇਹਦਾ ਮਿਡ ਕੀ ਕੱਢ ਲਿਆ, ਮੈਂ 4 ਕੱਢ ਲਿਆ, ਤਾਂ ਮੈਂ ਇਸੇ ਕਿੱਥੇ ਪਹੁੰਚ ਗਿਆ ਜੀ, ਮਿਡ ਦੇ ਉੱਪਰ ਪਹੁੰਚ ਗਿਆ। ਜੇ ਮੰਨ ਲਓ 4.5 ਹੁੰਦਾ ਤਾਂ ਮੈਂ ਮਿਡ ਕੀ ਲੈਂਦਾ, ਤਾਂ ਵੀ ਮੈਂ 4 ਲੈਂਦਾ। ਇਹ ਯਾਦ ਰੱਖਣੀ ਹੈ ਤੁਸੀਂ ਗੱਲ। ਹੁਣ ਮੈਂ ਮਿਡ ਕੱਢ ਲਿਆ, ਜਦੋਂ ਮੈਂ ਮਿਡ ਕੱਢ ਲਿਆ ਮੈਂ ਕੀ ਕਰੂੰਗਾ, ਉਹਨੂੰ ਆਈਟਮ ਦੇ ਨਾਲ ਮੈਚ ਕਰੂੰਗਾ ਜਿਹੜੀ ਮੈਂ ਸਰਚ ਕਰਨੀ ਆ। ਜੇ ਉਹ ਛੋਟੀ ਹੋਊਗੀ ਤਾਂ ਲੈਫਟ ਸਾਈਡ ਲੱਭਣੀ ਆ, ਜੇ ਵੱਡੀ ਹੋਊਗੀ ਤਾਂ ਆਪਾਂ ਕਿੱਥੇ ਲੱਭਣੀ ਆ, ਰਾਈਟ ਸਾਈਡ ਤੇ। ਚਲੋ ਜੀ ਹੁਣ ਆਪਾਂ 4 ਦੇ ਉੱਪਰ ਦੇਖਦੇ ਹਾਂ ਜੀ, 4 ਤੇ ਕਿਹੜੀ ਆਈਟਮ ਪਈ ਹੈ, 12। 4 ਤੇ ਕਿਹੜੀ ਆਈਟਮ ਪਈ ਹੈ, 12। 12 ਨੂੰ ਆਪਾਂ ਮੈਚ ਕਰਾਂਗੇ ਵੀ 7 ਦੇ ਨਾਲ। ਜੇ ਤਾਂ 12, ਜੇ ਮੰਨ ਲਓ ਆਪਾਂ 12 = 7 ਹੁੰਦਾ, ਜੇ ਮੰਨ ਲਓ 7 = 7 ਹੁੰਦਾ ਤਾਂ ਆਪਣਾ ਆਨਸਰ ਇੱਥੇ ਆ ਜਾਂਦਾ, ਬਟ ਇੱਥੇ ਨਹੀਂ ਆਇਆਗਾ। 12 7 ਤੋਂ ਕੀ ਹੈ, ਇਕੁਅਲ ਤਾਂ ਨਹੀਂ ਹੈਗਾ। ਦੂਸਰੀ ਗੱਲ ਚੈੱਕ ਕੀ ਕਰਨੀ ਹੈ, ਗ੍ਰੇਟਰ ਹੈ ਕਿ ਲੈਸ ਹੈ। ਜਿਹੜਾ 12 ਹੈਗਾ ਇਹ ਗ੍ਰੇਟਰ ਹੈ ਕਿ ਲੈਸ ਹੈ, 12 ਕੀ ਹੈ, ਵੱਡਾ ਹੈ। ਤਾਂ ਕਹਿਣ ਦਾ ਮਤਲਬ ਜਿਹੜਾ 7 ਹੋਊਗਾ, 7 ਕਿਹੜੀ ਸਾਈਡ ਹੋਊਗਾ, 7 ਕੀ ਹੋਊਗਾ, ਲੈਫਟ ਸਾਈਡ ਹੀ ਹੋਊਗਾ, ਕਿਉਂਕਿ 12 ਤੋਂ ਕੀ ਹੈ, ਛੋਟਾ ਹੈ 7। 12 ਕੀ ਹੈ, 7 ਤੋਂ ਵੱਡਾ ਹੈ, ਦਾ ਮਤਲਬ ਕਿ 7 ਕੀ ਹੋਊਗਾ, ਉਹਦੇ ਲੈਫਟ ਸਾਈਡ ਤੇ ਹੋਊਗਾ। ਆਪਾਂ ਨੂੰ ਅੱਗੇ ਜਾਣ ਦੀ ਜ਼ਰੂਰਤ ਨਹੀਂ ਹੈਗੀ, ਕਿਉਂਕਿ ਅੱਗੇ ਆਪਾਂ ਨੂੰ ਮਿਲਣਾ ਹੀ ਨਹੀਂਗਾ, ਕਿਉਂਕਿ ਉਹ ਮਿਡਲ ਤੋਂ ਕੀ ਹੈ, ਛੋਟਾ ਹੈ। ਤਾਂ ਆਪਾਂ ਕੀ ਕਰਾਂਗੇ, ਜਿਹੜੀ ਆਹ ਲਿਸਟ ਹੈਗੀ ਇਹਨੂੰ ਕੀ ਕਰ ਦਾਂਗੇ, ਇਗਨੋਰ ਕਰ ਦਾਂਗੇ। ਮੈਂ ਦੁਬਾਰਾ ਇੱਕ ਵਾਰੀ ਸਾਰਾ ਕੁਝ ਅਰੇਂਜ ਕਰਕੇ ਤੁਹਾਨੂੰ ਸਮਝਾ ਦੇਵਾਂ, ਇਹ ਸਮਝਣ ਵਾਲੀ ਚੀਜ਼ ਹੈ, ਤੁਹਾਨੂੰ ਪੇਪਰ 'ਚ ਤੰਗ ਕਰੂਗੀ। ਮੰਨ ਲਓ ਆਪਾਂ ਮਿਡ ਕੱਢ ਲਿਆ, ਮਿਡ ਕਰਨ ਤੋਂ ਬਾਅਦ ਕੰਪੈਰੀਜ਼ਨ ਕਰ ਲਿਆ, ਜਿਹੜਾ 7 ਹੈ ਛੋਟਾ ਕਿ ਵੱਡਾ ਹੈ। ਜੇ ਛੋਟਾ ਤਾਂ ਮਤਲਬ ਕਿ ਲੈਫਟ ਸਾਈਡ ਤੇ ਹੋਊਗਾ, ਤਾਂ ਰਾਈਟ ਸਾਈਡ ਨੂੰ ਕੀ ਕਰ ਦੇਣਾ, ਆਪਾਂ ਇਗਨੋਰ ਕਰ ਦੇਣਾ। ਹੁਣ ਸਿਰਫ ਆਪਣੇ ਕੋਲ ਲਿਸਟ ਕੀ ਰਹਿ ਗਈ, ਇੰਨੀ ਕੀ ਰਹਿ ਗਈ, 1 4 7, ਠੀਕ ਹੈ। ਇਸ ਦੇ ਵਿੱਚ ਮੈਂ ਸਾਰੇ ਕੇਸ ਕਰਾਉਂਗਾ ਤੁਹਾਨੂੰ। ਹੁਣ ਕੀ ਹੈ ਜੀ, ਮੇਰਾ ਮਿਡਲ ਕੀ ਹੋਊਗਾ, ਮੇਰਾ ਫਰੰਟ ਕੀ ਹੋਊਗਾ, 1। ਫਰੰਟ ਮੇਰਾ 1 ਹੀ ਰਹੂਗਾ, ਲੇਕਿਨ ਜਿਹੜਾ ਮੇਰਾ ਐਂਡ ਹੋਊਗਾ ਚੇਂਜ ਹੋ ਜਾਂਦਾ ਹੈ। ਐਂਡ ਕਿਉਂ ਚੇਂਜ ਹੋ ਜਾਂਦਾ ਹੈ, ਜਦੋਂ ਆਪਾਂ ਨਵਾਂ ਐਂਡ ਲੈਣਾ ਹੁੰਦਾ ਹੈ ਤਾਂ ਜੇ ਲੈਫਟ ਸਾਈਡ ਹੋਊਗਾ ਤਾਂ ਕੀ ਹੋਊਗਾ, ਮਿਡ -1, ਜੇ ਰਾਈਟ ਸਾਈਡ ਹੋਊਗਾ ਤਾਂ ਕੀ ਹੋਊਗਾ, ਮਿਡ +1। ਹੁਣ ਮੇਰਾ ਫਰੰਟ ਕੀ ਹੈ ਜੀ, ਫਰੰਟ ਬਿਗਨਿੰਗ ਤਾਂ ਮੇਰਾ ਸੇਮ ਹੀ ਹੈ, 1 ਹੈ, ਪਰ ਜਿਹੜਾ ਮੇਰਾ ਐਂਡ ਹੋਊਗਾ, ਐਂਡ ਕੀ ਹੋਊਗਾ, ਫਾਰਮੂਲਾ ਯਾਦ ਰੱਖਣਾ, ਐਂਡ ਕੀ ਹੋਊਗਾ, ਮਿਡ -1। ਪਹਿਲਾਂ ਮਿਡ ਕਿੰਨਾ ਸੀ ਮੇਰਾ, ਹੁਣ ਮਿਡ ਮੈਂ ਕੱਢਿਆ 4, 4 -1 ਕਿੰਨਾ ਹੋ ਗਿਆ, 3। ਤਾਂ ਮੈਂ ਦੁਬਾਰਾ ਨਵਾਂ ਮਿਡ ਕੱਢਣਾ, 1 + 10 ਡਿਵਾਈਡ ਬਾਈ 2 ਕਿੰਨਾ ਹੋ ਗਿਆ, 4, 4 ਡਿਵਾਈਡ ਬਾਈ 2 ਕਿੰਨਾ ਹੋ ਗਿਆ, 2। ਹੁਣ ਮੈਂ ਮਿਡ ਕਿੰਨਾ ਕੱਢ ਲਿਆ, 2 ਕੱਢ ਲਿਆ। ਹੁਣ ਮੇਰੇ ਕੋਲ ਆਹੀ ਲਿਸਟ ਰਹਿ ਗਈ ਸੀਗੀ 1 4 7 ਵਾਲੀ, ਮੈਂ ਮਿਡ ਕੀ ਕੱਢ ਲਿਆ, 2 ਕੱਢ ਲਿਆ। ਤਾਂ ਮੈਂ ਹੁਣ ਇਹਨੂੰ ਫਿਰ ਕੰਪੈਰੀਜ਼ਨ ਕਰੂੰਗਾ। ਜਦੋਂ ਮੈਂ ਕੰਪੈਰੀਜ਼ਨ ਕੀਤਾ ਤਾਂ ਮਿਡ ਤੇ ਵੈਲਿਊ ਕਿੰਨੀ ਪਈ ਹੈ ਜੀ, ਮਿਡ ਤੇ ਵੈਲਿਊ ਪਈ ਹੈ 4, ਤੇ 4 ਕੀ ਹੈ, 7 ਤੋਂ ਕੀ ਹੈ, ਲੈਸ ਹੈ। ਤਾਂ ਕਹਿਣ ਦਾ ਮਤਲਬ ਜਿਹੜੀ ਆਹ ਲਿਸਟ ਹੈ, ਨਵੀਂ ਲਿਸਟ ਹੈ, ਇਹਦੇ ਕੀ ਹੋਊਗਾ, ਉਹ ਰਾਈਟ ਸਾਈਡ ਤੇ ਹੋਊਗਾ। ਕਿੱਥੇ ਹੋਊਗਾ, ਰਾਈਟ ਸਾਈਡ ਤੇ ਹੋਊਗਾ, ਕਿਉਂਕਿ 4 ਤੋਂ ਕੀ ਹੈ, 7 ਵੱਡਾ ਹੈ। ਤਾਂ ਇਹ ਵੀ ਇਗਨੋਰ ਕਰਤੀ ਆਪਾਂ। ਹੁਣ ਇੱਕ ਹੀ ਐਲੀਮੈਂਟ ਰਹਿ ਗਿਆ, ਜਦੋਂ ਆਪਾਂ ਉੱਥੇ ਸਰਚ ਕਰਾਂਗੇ ਤਾਂ ਆਪਾਂ ਨੂੰ ਮਿਲ ਜੂਗਾ। ਹੁਣ ਨਵਾਂ ਮਿਡ ਕੀ ਬਣੂਗਾ ਰਾਜੇ, ਰਾਈਟ ਸਾਈਡ ਤੇ ਆ ਤਾਂ ਬਿਗਨਿੰਗ ਤਾਂ ਸੇਮ ਹੀ ਰਹੂਗਾ, ਠੀਕ ਹੈ। ਆਪਣਾ ਕੀ ਹੈ, ਮਿਡ ਕੀ ਹੋ ਜਾਊਗਾ, +1 ਹੋ ਜਾਊਗਾ। ਹੁਣ ਮਤਲਬ ਕਿ ਐਂਡ ਦਾ ਸੇਮ ਰਹੂਗਾ, ਬਿਗਨਿੰਗ ਕੀ ਹੋ ਜਾਊਗਾ, ਆਪਣਾ ਮਿਡ +1 ਹੋ ਜਾਊਗਾ, ਕਿਉਂਕਿ ਆਪਣਾ ਕੀ ਹੈ, ਰਾਈਟ ਸਾਈਡ। ਜਦੋਂ ਆਪਾਂ ਰਾਈਟ ਸਾਈਡ ਨੂੰ ਜਾਣਾ ਤਾਂ ਬਿਗਨਿੰਗ ਚੇਂਜ ਹੋਊਗਾ, ਜਦੋਂ ਆਪਾਂ ਲੈਫਟ ਸਾਈਡ ਨੂੰ ਆਉਣਾ ਤਾਂ ਕੀ ਹੋ ਜਾਊਗਾ, ਐਂਡ ਚੇਂਜ ਹੋ ਜਾਊਗਾ। ਹੁਣ ਬਿਗਨਿੰਗ ਦੀ ਵੈਲਿਊ ਕੀ ਲੈ ਲਈ ਆਪਾਂ, 2 + 1 ਲੈ ਲਈ 3। ਹੁਣ ਆਪਣਾ ਬਿਗਨਿੰਗ ਵੀ 3 ਹੈ, ਐਂਡ ਵੀ 3 ਹੈ। 3 + 3 ਕਿੰਨਾ ਹੋ ਗਿਆ, 6, 6 ਡਿਵਾਈਡ ਬਾਈ 2 ਕਿੰਨਾ ਹੋ ਗਿਆ, 3। ਹੁਣ 3 ਤੇ ਚੈੱਕ ਕਰਾਂਗੇ, 3 ਤੇ ਕਿੰਨੀ ਵੈਲਿਊ ਹੈ, ਤਾਂ 3 ਤੇ ਦੇਖੋ ਕਿੰਨੀ ਵੈਲਿਊ ਹੈ, 7। ਤਾਂ 7 ਹੀ ਆਪਾਂ ਲੱਭਣੀ ਸੀਗੀ, ਆਪਾਂ ਨੂੰ ਕੀ ਆਨਸਰ ਕੀ ਆ ਜਾਊਗਾ ਕਿ 3 ਦੇ ਉੱਪਰ ਆਪਣਾ ਕੀ ਹੈ, 3 ਇੰਡੈਕਸ ਦੇ ਉੱਪਰ ਆਪਣੀ ਕੀ ਮਿਲ ਗਈ, ਆਪਾਂ ਨੂੰ ਆਈਟਮ ਮਿਲ ਗਈ ਜਿਹੜੀ ਆਪਾਂ ਸਰਚ ਕਰ ਰਹੇ ਸੀਗੇ। ਕਲੀਅਰ ਹੈ ਜੀ, ਥੋੜਾ ਜਿਹਾ ਕੰਪਲੀਕੇਟਡ ਜ਼ਰੂਰ ਹੈ। ਮੈਂ ਐਗਜ਼ਾਮਪਲ ਜਾਣ ਕੇ ਇਹ ਕਰਾਈ ਹੈ ਕਿ ਤੁਹਾਨੂੰ ਸਾਰੇ ਕੇਸ ਜ਼ਿਆਦਾ ਕੀ ਹੋ ਜਾਣ, ਕਲੀਅਰ ਹੋ ਜਾਣ। ਜੇ ਨਾ ਹੋਇਆ, ਸਮਝ ਲੱਗਿਆ ਤਾਂ ਇਹਨੂੰ ਵੀਡੀਓ ਨੂੰ ਪੌਜ਼ ਕਰਕੇ ਦੁਬਾਰਾ ਦੇਖ ਲਿਓ ਭਾਈ। ਬਾਕੀ ਮੈਂ ਇੱਕ ਵਾਰੀ ਜਲਦੀ ਦੁਬਾਰਾ ਤੁਹਾਨੂੰ ਰਿਵਾਈਜ਼ ਕਰ ਦਿੰਦਾ। ਹੁਣ ਦੇਖੋ ਆਪਣੇ ਕੋਲ ਇੱਕ ਲਿਸਟ ਸੀਗੀ, ਇਹ ਲਿਸਟ ਦੇ ਵਿੱਚੋਂ ਆਪਾਂ ਕੀ ਕਰਨਾ, 7 ਸਰਚ ਕਰਨਾ। ਇਹਨੇ ਸਭ ਤੋਂ ਪਹਿਲਾਂ ਕੀ ਕਰਨਾ, ਮਿਡ ਫਾਈਂਡ ਆਊਟ ਕਰਨਾ। ਮਿਡ ਫਾਈਂਡ ਆਊਟ ਕਰਨ ਦਾ ਫਾਰਮੂਲਾ ਕੀ ਹੈ, ਬਿਗਨਿੰਗ ਪਲੱਸ ਐਂਡ ਡਿਵਾਈਡ ਬਾਈ 2।
1 + 7 / 2 ਕਿੰਨਾ ਆ ਗਿਆ 8, 8 / 2 ਕਿੰਨਾ ਆ ਗਿਆ 4, 4 ਤੇ ਜਾ ਕੇ ਆਪਾਂ ਕੰਪੈਰੀਜ਼ਨ ਕਰਾਂਗੇ 7 4 ਨਾਲੋਂ 4 ਤੇ ਜਿਹੜੀ ਆਈਟਮ ਪਈ ਉਹ ਤੋਂ ਵੱਡਾ ਕਿ ਛੋਟਾ ਹੈ 7 ਕੀ ਹੈ ਲੈਸ ਹੈ, ਜੇ ਲੈਸ ਹੈ ਤਾਂ ਇਹ ਕੀ ਹੈ ਰਾਈਟ ਸਾਈਡ ਨੂੰ ਇਗਨੋਰ ਕਰ ਦੇਣਾ, ਸਿਰਫ ਲੈਫਟ ਸਾਈਡ ਨੂੰ ਕੀ ਕਰਨਾ ਲੈਣਾ ਹੈ। ਤਾਂ ਆਪਣੀ ਨਵੀਂ ਲਿਸਟ ਕੀ ਬਣ ਗਈ, ਆਹ ਲਿਸਟ ਬਣ ਗਈ ਨਵੀਂ ਆਪਣੀ। ਹੁਣ ਜਦੋਂ ਨਵੀਂ ਲਿਸਟ ਬਣ ਗਈ ਆਪਣੀ ਰਾਜੇ, ਆਪਾਂ ਕੀ ਆ ਹੁਣ ਮਿਡ ਫੇਰ ਫਾਈਂਡ ਆਊਟ ਕਰਨਾ ਹੈ। ਤਾਂ ਬਿਗਨਿੰਗ ਤਾਂ ਆਪਣਾ ਸੇਮ ਹੀ ਹੈ 1 ਹੈ, ਲੇਕਿਨ ਜਿਹੜਾ ਐਂਡ ਹੈਗਾ ਪਹਿਲਾਂ ਐਂਡ 7 ਸੀਗਾ, ਹੁਣ ਕੀ ਹੋ ਜਾਊਗਾ ਮਿਡ -1। ਮਿਡ ਕਿੰਨਾ ਸੀ 4 - 1 ਕਿੰਨਾ ਹੋ ਗਿਆ 3, ਹੁਣ ਮੇਰਾ ਐਂਡ ਕਿੰਨਾ ਹੋ ਗਿਆ 3 ਹੋ ਗਿਆ। ਤਾਂ ਮੈਂ ਕੀ ਕਰੂੰਗਾ ਰਾਜੇ ਨਵਾਂ ਕੱਢੂੰਗਾ, ਮੈਂ ਕੀ ਕਰੂੰਗਾ ਨਵਾਂ ਮਿਡ ਕੱਢੂੰਗਾ। ਫੇਰ ਜਦੋਂ ਮੈਂ ਨਵਾਂ ਮਿਡ ਕੱਢਿਆ ਤਾਂ ਮੇਰਾ ਬਿਗਨਿੰਗ ਕਿੰਨਾ 1 ਹੈ ਤੇ ਐਂਡ ਕਿੰਨਾ ਹੈ 4 - 1 ਕਿੰਨਾ ਹੋ ਗਿਆ 3। ਤਾਂ 3 + 1 ਕਿੰਨਾ ਹੋ ਗਿਆ 4, 4 / 2 ਕਿੰਨਾ ਹੋ ਗਿਆ 2। ਫਿਰ 2 ਤੇ ਵੇਖਾਂਗੇ ਆਈਟਮ ਕਿਹੜੀ ਪਈ ਹੈ 4 ਪਈ ਹੈ, 2 ਤੇ ਆਈਟਮ ਕਿਹੜੀ ਪਈ ਹੈ 4 ਪਈ ਹੈ, 4 ਨੂੰ ਆਪਾਂ 7 ਨਾਲ ਕੰਪੈਰੀਜ਼ਨ ਕਰਾਂਗੇ ਤਾਂ 7 ਤਾਂ 4 ਤੋਂ ਵੱਡਾ, ਤੇ ਲੈਫਟ ਸਾਈਡ ਕੀ ਕਰਤੀ ਮੈਂ ਇਗਨੋਰ ਕਰਤੀ। ਹੁਣ ਐਂਡ ਤਾਂ ਸੇਮ ਹੀ ਰਹੂਗਾ 3, ਲੇਕਿਨ ਜਿਹੜਾ ਬਿਗਨਿੰਗ ਹੋਊਗਾ 1 ਤੋਂ ਕੀ ਬਣ ਜਾਊਗਾ 2 ਬਣ ਜਾਊਗਾ। ਕਿਵੇਂ ਬਣੂਗਾ, ਕਿਉਂਕਿ ਆਪਾਂ ਕੀ ਕਰਾਂਗੇ ਮਿਡ -1 ਕਰਾਂਗੇ। ਮਿਡ -1 ਕੀਤਾ ਤਾਂ ਮੈਂ ਦੇਖੋ ਮਿਡ +1 ਕੀਤਾ, ਸੌਰੀ ਮਿਡ +1 ਕਰਾਂਗੇ ਤਾਂ ਕੀ ਬਣ ਜਾਊਗਾ 1 + 1 ਕੀ ਬਣ ਜਾਊਗਾ 2 ਬਣ ਜਾਊਗਾ। ਠੀਕ ਹੈ, ਤਾਂ ਆ ਕੀ ਹੋ ਗਿਆ ਜੀ 2 + 1 3 ਹੋ ਗਿਆ, 3 + 3 ਕਿੰਨਾ ਹੋ ਗਿਆ ਜੀ 6। ਨਵਾਂ ਮਿਡ ਕੱਢਿਆ ਤੇ 6 / 2 ਕਰਾਂਗੇ 3, ਤਾਂ 3 ਤੇ ਕੀ ਮਿਲ ਗਿਆ ਆਪਾਂ ਨੂੰ ਆਈਟਮ ਮਿਲ ਗਈ 7। ਓਕੇ ਹੈ ਜੀ, ਕਲੀਅਰ ਹੈ। ਇਹ ਹੈਗਾ ਜੀ ਤੁਹਾਡਾ ਬਾਈਨਰੀ ਸਰਚ। ਹੁਣ ਇਹਦੀ ਜਿਹੜੀ ਕੰਪਲੈਕਸਿਟੀ ਹੁੰਦੀ ਹੈ ਰਾਜੇ, ਬੈਸਟ ਕੇਸ ਦੀ ਤਾਂ ਸੇਮ ਹੀ ਹੁੰਦੀ ਆ O of 1, ਬਟ ਜਿਹੜਾ ਵਰਸਟ ਕੇਸ ਹੁੰਦਾ ਜਾਂ ਐਵਰੇਜ ਕੇਸ ਹੁੰਦਾ ਉਹਦੀ ਯਾਦ ਰੱਖਣੀ ਹੈ ਰਾਜੇ। ਐਵਰੇਜ ਕੇਸ ਦੀ ਇਹਦੇ ਵਿੱਚ ਹੁੰਦੀ ਹੈ log n / 2 ਤੇ ਵਰਸਟ ਕੇਸ ਦੀ ਹੁੰਦੀ ਆ log n। ਇਹ ਯਾਦ ਰੱਖ ਲਿਓ, ਇਹ ਕੰਪਲੈਕਸਿਟੀ ਹੁੰਦੀ ਹੈ ਬਾਈਨਰੀ ਸਰਚ ਦੀ, ਜੇ ਪੁੱਛੀ ਜਾਊਗੀ ਤੁਹਾਨੂੰ ਵਾਰ-ਵਾਰ। ਤੇ ਮੈਨੂੰ ਕਮੈਂਟ ਕਰ ਦਿਓ ਵੀ ਬਾਈਨਰੀ ਸਰਚ ਸਮਝ ਆ ਗਿਆ ਕਿ ਨਹੀਂ ਆ ਗਿਆ। ਵੈਸੇ ਤਾਂ ਸੌਖਾ ਹੀ ਆ, ਕੋਈ ਵੱਡੀ ਗੱਲ ਨਹੀਂ ਹੈਗੀ। ਇਹ ਮੈਂ ਦੇਖੋ ਸਿੰਪਲ ਐਗਜ਼ਾਮਪਲ ਵੀ ਲੈ ਸਕਦਾ ਸੀ, ਬਟ ਮੈਂ ਸਾਰੇ ਕੇਸ ਲੈਣ ਕਰਕੇ ਨਾ ਮੈਂ ਇਹ ਐਗਜ਼ਾਮਪਲ ਲਈ ਆ ਵੀ ਤੁਹਾਨੂੰ ਸਾਰੇ ਕੇਸ ਕਲੀਅਰ ਹੋ ਜਾਣ ਵੀ ਬਿਗਨਿੰਗ ਕਿਵੇਂ ਵਧਾਉਣਾ ਤੇ ਐਂਡ ਕਿਵੇਂ ਵਧਾਉਣਾ। ਤੁਹਾਨੂੰ ਮੈਂ ਦੱਸਤਾ, ਸਭ ਤੋਂ ਪਹਿਲਾਂ ਮਿਡ ਫਾਈਂਡ ਆਊਟ ਕਰਨਾ ਜੀ। ਮਿਡ ਫਾਈਂਡ ਆਊਟ ਤੋਂ ਕਰਨ ਤੋਂ ਬਾਅਦ ਚੈੱਕ ਕਰਨਾ ਲੈਫਟ ਸਾਈਡ ਕਿ ਰਾਈਟ ਸਾਈਡ ਹੈ। ਜੇ ਤੁਸੀਂ ਐਂਡ ਮਤਲਬ ਲੈਫਟ ਸਾਈਡ ਨੂੰ ਜਾਣਾ ਤਾਂ ਐਂਡ ਕੀ ਹੋ ਜਾਊਗਾ ਚੇਂਜ ਹੋ ਜਾਊਗਾ ਮਿਡ -1। ਜੇ ਤੁਸੀਂ ਰਾਈਟ ਸਾਈਡ ਨੂੰ ਜਾਓਗੇ ਤਾਂ ਕੀ ਚੇਂਜ ਹੋ ਜਾਊਗਾ ਤੁਹਾਡਾ ਬਿਗਨਿੰਗ, ਕਿਉਂਕਿ ਦੇਖੋ ਜੇ ਮੈਂ ਸੱਜੇ ਨੂੰ ਜਾਣਾ ਤਾਂ ਮੇਰਾ ਕੀ ਹੋ ਜਾਊਗਾ ਬਿਗਨਿੰਗ ਚੇਂਜ ਹੋ ਜਾਊਗਾ, ਜੇ ਮੈਂ ਖੱਬੇ ਨੂੰ ਜਾਣਾ ਤਾਂ ਮੇਰਾ ਕੀ ਹੋ ਜਾਊਗਾ ਐਂਡ ਚੇਂਜ ਹੋ ਜਾਊਗਾ। ਐਂਡ ਚੇਂਜ ਕਰਨਾ ਤਾਂ -1, ਬਿਗਨਿੰਗ ਚੇਂਜ ਕਰਨਾ ਤਾਂ +1। ਬਸ 3 ਫਾਰਮੂਲੇ ਯਾਦ ਰੱਖਣੇ ਆ, ਮਿਡ ਕੱਢਣ ਦਾ, ਬਿਗਨਿੰਗ ਚੇਂਜ ਕਰਨ ਦਾ ਤੇ ਐਂਡ ਚੇਂਜ ਕਰਨ ਦਾ, ਤੁਹਾਡਾ ਆਨਸਰ ਆ ਜਾਊਗਾ। ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ। ਜੇ ਕੋਈ ਚੀਜ਼ ਨਾ ਕਲੀਅਰ ਹੋਈ ਬੇਟੇ ਮੈਨੂੰ ਕਮੈਂਟ ਬਾਕਸ ਵਿੱਚ ਲਿਖ ਦਿਓ, ਅਗਲੀ ਵੀਡੀਓ 'ਚ ਆਪਾਂ ਕੀ ਕਰ ਲਾਂਗੇ ਇਹਨੂੰ, ਠੀਕ ਹੈ, ਉਹਨੂੰ ਦੁਬਾਰਾ ਕਰ ਲਾਂਗੇ। ਤੇ ਹੁਣ ਆਪਣਾ ਸ਼ਾਮ ਤੱਕ ਵੀਡੀਓ ਮਿਲੂਗੀ ਬੇਟਾ, ਆਪਣੇ ਜਿਹੜਾ ਟਰੀ ਦੀ ਰਹਿ ਗਿਆ ਤੇ ਆਪਣੀ ਸੌਰਟਿੰਗ ਰਹਿ ਗਈ। ਬਾਕੀ ਬੇਟੇ ਤੁਹਾਨੂੰ ਸਾਰਿਆਂ ਨੂੰ ਨੌਲੇਜ ਪਤਾ ਹੀ ਹੈ। ਨੌਲੇਜ ਵਾਸਤੇ ਜੇ ਕਿਸੇ ਨੂੰ ਹਜੇ ਤੱਕ ਨਹੀਂ ਲਏ ਨੋਟਸ, ਕਿਉਂਕਿ ਰਿਵੀਜ਼ਨ ਵਾਸਤੇ ਤੁਸੀਂ ਨੋਟਸ ਲੈ ਸਕਦੇ ਹੋ। ਕਲਰਕ ਵਾਸਤੇ 300 ਦੇ ਨੇ, ਇਸ ਨੰਬਰ ਤੇ WhatsApp ਕਰ ਸਕਦੇ ਹੋ। ਤੇ ਕਲਰਕ IT ਦੇ ਰਾਜੇ ਜ਼ਰੂਰ ਲੈਣੇ ਤੁਸੀਂ ਨੋਟਸ, ਕਿਉਂਕਿ ਜਿਹੜੀ ਥਿਊਰੀ ਹੈ ਥਿਊਰੀ ਤੁਹਾਨੂੰ ਸਾਰਿਆਂ ਨੂੰ ਆਉਂਦੀ ਹੈ ਲਗਭਗ, ਬਟ ਫਿਰ ਵੀ ਇੱਕ ਰਿਵੀਜ਼ਨ ਵਾਸਤੇ ਜਾਂ ਕਹਿ ਲਓ ਜਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਕੁਐਸਚਨ ਕਿਵੇਂ ਬਣ ਸਕਦਾ, ਕਿਉਂਕਿ 50 ਨੰਬਰ ਬਹੁਤ ਮਾਇਨੇ ਰੱਖਦੇ ਆ। ਤੁਸੀਂ ਕਲਰਕ IT ਦੇ ਨੋਟਸ ਲੈ ਸਕਦੇ ਹੋ, ਤੁਹਾਨੂੰ ਇਸ ਟਾਈਮ ਹੁਣ PDF ਮਿਲ ਰਹੀ ਹੈ, PDF ਤੁਹਾਨੂੰ ਮੈਂ ਪ੍ਰੋਵਾਈਡ ਕਰ ਰਿਹਾ 500 ਦੇ ਵਿੱਚ ਤੁਹਾਨੂੰ ਮਿਲ ਜਾਣਗੇ। ਆਹ ਨੰਬਰ ਤੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ। ਤੇ ਪੜ੍ਹਦੇ ਰਹੋ ਬੇਟਾ, ਮਿਹਨਤਾਂ ਕਰਦੇ ਰਹੋ, ਬਾਬਾ ਜੀ ਤੁਹਾਡੀ ਮਿਹਨਤਾਂ ਦੇ ਫਲ ਲਾਉਣ, ਜਲਦੀ ਤੁਹਾਨੂੰ ਜੌਬ ਮਿਲੇ। ਤਾਂ ਥੈਂਕ ਯੂ ਜੀ, ਸ਼ੁਕਰੀਆ, ਧੰਨਵਾਦ, ਸਰਬਤ ਦਾ ਭਲਾ ਬਾਬਾ ਮਿਹਰ ਕਰੇ।